ਹੈਲੋ ਕੈਨੇਡਾ ਟੀਵੀ ਪ੍ਰੋਗਰਾਮ ਦੇ ਵਿੱਚ ਆਪ ਸਭ ਦਰਸ਼ਕਾਂ ਨੂੰ ਮੇਜਰ ਸਿੰਘ ਨਾਗਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ। ਪੰਜਾਬ ਸਟਾਰ ਦੇ ਉੱਤੇ ਤੁਸੀਂ ਵੱਖ-ਵੱਖ ਪ੍ਰੋਗਰਾਮ ਵੇਖਦੇ ਹੋ 24 ਘੰਟੇ 7 ਦਿਨ ਤੁਹਾਡੀ ਸੇਵਾ ਦੇ ਵਿੱਚ, ਜਿੱਥੇ ਦੇਸ਼ ਵਿਦੇਸ਼ ਦੀਆਂ ਖਬਰਾਂ ਲੈ ਕੇ ਸਾਡਾ ਚੈਨਲ ਹਾਜ਼ਰ ਹੁੰਦਾ, ਉੱਥੇ ਨਾਲ ਦੀ ਨਾਲ ਤੁਹਾਡੇ ਇਹ ਮਨੋਰੰਜਨ ਦੇ ਵੱਖ-ਵੱਖ ਪ੍ਰੋਗਰਾਮ ਅਤੇ ਇਸੇ ਤਰ੍ਹਾਂ ਧਾਰਮਿਕ ਸਮਾਜਿਕ ਵਿਸ਼ਿਆਂ ਦੇ ਉੱਤੇ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤੇ ਜਾਂਦੇ ਨੇ। ਤੁਹਾਡਾ ਪੰਜਾਬ ਸਟਾਰ ਨੂੰ ਭਰਵਾਂ ਹੁੰਗਾਰਾ ਅਤੇ ਪਿਆਰ ਦੇਣ ਦੇ ਲਈ ਬਹੁਤ-ਬਹੁਤ ਸ਼ੁਕਰੀਆ, ਤੁਹਾਡਾ ਬਹੁਤ-ਬਹੁਤ ਧੰਨਵਾਦ। ਸੋ ਹੈਲੋ ਕੈਨੇਡਾ ਦੇ ਨਿਵਾਸੀਆਂ ਦੇ ਲਈ, ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਆਂ ਤੱਕ ਕੈਨੇਡਾ ਦੇ ਲੋਕਾਂ ਦੀ ਆਵਾਜ਼, ਲੋਕਾਂ ਦੇ ਜਿਹੜੇ ਮਸਲੇ ਹਨ ਜਾਂ ਉਹ ਕੀ ਸੋਚਦੇ ਹਨ ਜਾਂ ਕਿਵੇਂ ਉਹ ਵਿਹਾਰ ਕਰਦੇ ਨੇ, ਉਸ ਦੇ ਬਾਰੇ ਲੈ ਕੇ ਹਾਜ਼ਰ ਹੁੰਦੇ ਹਾਂ ਅਸੀਂ ਵੱਖ-ਵੱਖ ਵਿਸ਼ਿਆਂ ਦੇ ਉੱਤੇ ਆਧਾਰਿਤ ਪ੍ਰੋਗਰਾਮ ਹੈਲੋ ਕੈਨੇਡਾ। ਭਾਵੇਂ ਕਿ ਇਹ ਤੁਹਾਡੇ ਵਾਸਤੇ, ਸਾਰਿਆਂ ਵਾਸਤੇ ਹੈ। ਅਤੇ ਅੱਜ ਦਾ ਜਿਹੜਾ ਮਸਲਾ ਹੈ ਜੀ, ਇਸ ਮਸਲੇ ਦੇ ਉੱਤੇ ਗੱਲ ਕਰਨ ਦੇ ਲਈ ਜੋ ਕਿ ਦੁਨੀਆ ਭਰ ਦੇ ਵਿੱਚ, ਮੈਂ ਤਾਂ ਕਹਾਂਗਾ ਕਿ ਵਰਲਡ ਦੇ ਵਿੱਚ ਇੱਕੋ ਇੱਕ ਜੇ ਮਸਲਾ ਪੰਜਾਬੀਆਂ ਨਾਲ ਜਾਂ ਕਿਸਾਨਾਂ ਨਾਲ ਜਾਂ ਭਾਰਤ ਦੇ ਰੂਰਲ ਇੰਡੀਆ ਨਾਲ ਜਾਂ ਪੇਂਡੂ ਭਾਰਤ ਦੇ ਉਹਨਾਂ ਲੋਕਾਂ ਨਾਲ ਜਿਹੜੇ ਕਿਸਾਨੀ ਕਿੱਤੇ ਨਾਲ ਜੁੜੇ ਹੋਏ ਹਨ, ਜੇ ਕੋਈ ਇੱਕ ਮਸਲਾ ਦੁਨੀਆ ਭਰ ਦੇ ਵਿੱਚ ਅੱਜ ਚਰਚਾ ਦਾ ਵਿਸ਼ਾ ਬਣਿਆ ਹੋਇਆ ਤਾਂ ਉਹ ਹੈ ਹਿੰਦੁਸਤਾਨ ਭਾਰਤ ਦੇ ਵਿੱਚ ਦਿੱਲੀ ਦੀ ਜਿਹੜੀ ਰਾਜਧਾਨੀ ਦਿੱਲੀ ਹੈ, ਉਸ ਦੇ ਚਾਰੋਂ ਪਾਸੇ ਬਾਰਡਰਸ ਦੇ ਉੱਤੇ ਚੱਲ ਰਿਹਾ ਕਿਸਾਨ ਅੰਦੋਲਨ। ਸੋ ਇਸ ਵਿਸ਼ੇ ਦੇ ਉੱਤੇ ਅਤੇ ਇਸ ਦੇ ਨਾਲ ਜੁੜੀਆਂ ਹੋਰ ਬਹੁਤ ਸਾਰੀਆਂ ਗੱਲਾਂ, ਕੈਨੇਡਾ ਜਾਂ ਵਿਦੇਸ਼ਾਂ ਦੇ ਜਿਹੜੇ ਕਿਸਾਨ ਜਾਂ ਪਰਿਵਾਰਾਂ ਨਾਲ ਸੰਬੰਧਿਤ ਲੋਕ ਹਨ, ਉਹ ਕਿਵੇਂ ਇਸ ਦੇ ਵਿੱਚ ਭਾਗ ਲੈ ਰਹੇ ਨੇ ਜਾਂ ਕੀ ਇਸ ਦੇ ਬਾਰੇ ਸੋਚਦੇ ਹਨ, ਇਹ ਸਾਰਾ ਕੁਝ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਅਤੇ ਇਸ ਵਿਸ਼ੇ ਦੇ ਉੱਤੇ ਗੱਲ ਕਰਨ ਦੇ ਲਈ ਪੰਜਾਬ ਦੀ ਧਰਤੀ ਤੋਂ ਔਰ ਕਿਸਾਨੀ ਪਰਿਵਾਰ ਦੇ ਨਾਲ ਸੰਬੰਧਿਤ ਲੰਮੇ ਸਮੇਂ ਤੋਂ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਆ ਕੇ ਵਸੇ ਜਗਤਾਰ ਢੱਡਾ ਜੀ ਸਾਡੇ ਨਾਲ ਹਾਜ਼ਰ ਨੇ। ਸੋ ਤੁਹਾਡਾ ਢੱਡਾ ਸਾਹਿਬ ਬਹੁਤ-ਬਹੁਤ ਨਿੱਘਾ ਸਵਾਗਤ। ਸਤਿ ਸ੍ਰੀ ਅਕਾਲ ਜੀ। ਸੋ ਕਾਈਂਡ ਆਫ ਯੂ ਟੂ ਗਿਵ ਮੀ ਅ ਚਾਂਸ। ਸਾਰਿਆਂ ਨੂੰ, ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ। ਢੱਡਾ ਸਾਹਿਬ, ਗੱਲ ਜਦੋਂ ਕਿਸਾਨੀ ਦੀ ਆਉਂਦੀ ਹੈ, ਸਭ ਤੋਂ ਪਹਿਲਾਂ ਤਾਂ ਆਪਾਂ ਕਿਸੇ ਇਹ ਨਹੀਂ ਗੱਲ ਕਰਦੇ ਕਿ ਅਸੀਂ ਕਿਸਨੇ ਕੀ ਕਿਹਾ ਜਾਂ ਸਿਆਸੀ ਕਿਸੇ ਲੀਡਰ ਨੇ ਕੀ ਬਿਆਨ ਦਿੱਤਾ ਜਾਂ ਕਿਸੇ ਧਿਰ ਨੇ, ਪਾਰਟੀ ਨੇ ਕੀ ਕਿਹਾ। ਕਿਸਾਨ ਆਪਣੇ ਆਪ ਦੇ ਵਿੱਚ ਜਿਹੜਾ ਹੈ ਜੀ, ਉਹ ਇੱਕ ਰੱਬ ਸਮਾਨ ਸ਼ਬਦ ਹੈ ਜੀ। ਉਹ ਇੱਕ ਅਜਿਹਾ ਪਾਕ ਪਵਿੱਤਰ ਸ਼ਬਦ ਹੈ, ਇੱਕ ਐਸੇ ਕਿੱਤੇ ਨੂੰ ਪ੍ਰਣਾਇਆ ਹੋਇਆ, ਕਿੱਤੇ ਵਿੱਚ ਲੱਗੇ ਹੋਏ ਇੱਕ ਇਨਸਾਨ ਦੇ ਲਈ ਇਹ ਸ਼ਬਦ ਵਰਤਿਆ ਜਾਂਦਾ, ਜਿਹੜਾ ਕਿ ਮੇਰੇ ਖਿਆਲ ਕਿੱਤਾ ਸਾਰਿਆਂ ਦੀ ਸਾਡੇ ਕੱਪ ਦੇ ਵਿੱਚ ਜਿਹੜੀ ਕੌਫੀ ਪੀ ਹੈ, ਇਹਦੇ 'ਚ ਦੁੱਧ ਪੈਦਾ ਹੋਣ ਤੋਂ ਲੈ ਕੇ ਜਿਹੜਾ ਅਸੀਂ ਸਵੇਰੇ ਬ੍ਰੇਕਫਾਸਟ ਕੀਤੀ ਹੈ ਜਾਂ ਅਸੀਂ ਰਾਤ ਨੂੰ ਖਾਣਾ ਖਾਣਾ ਹੈ, ਜੋ ਕੁਛ ਅਸੀਂ ਆਪਣੇ ਇਸ ਸਰੀਰ ਨੂੰ ਚੱਲਦਾ ਰੱਖਣ ਲਈ, ਊਰਜਾ ਦੇਣ ਲਈ, ਐਨਰਜੀ ਦੇਣ ਲਈ ਖਾਣਾ ਹੈ, ਉਸ ਦੀ ਪੈਦਾਵਾਰ ਕਿਸਾਨ ਕਰਦਾ, ਚਾਹੇ ਉਹ ਡੈਰੀ ਫਾਰਮਿੰਗ ਵਾਲਾ ਹੈ, ਪੋਲਟਰੀ ਵਾਲਾ ਹੈ, ਜਾਂ ਉਹ ਆਮ ਭਾਸ਼ਾ 'ਚ ਕਿਸਾਨ ਕੋਈ ਵੀ ਆ। ਸੋ ਤੁਸੀਂ ਕੀ ਸੋਚਦੇ ਹੋ ਕਿ ਕਿਸਾਨ ਕੌਣ ਹੈ? ਇਨ ਐਡੀਸ਼ਨ ਟੂ ਦੈਟ, ਤੁਸੀਂ ਬਹੁਤ ਹੀ ਸਤਿਕਾਰ ਵਾਲਾ ਲਫ਼ਜ਼ ਬੋਲਿਆ, ਪਾਕ ਪਵਿੱਤਰ ਕਿਸਾਨ ਦਾ ਕਿੱਤਾ ਜੀ। ਉਹ ਪਾਕ ਪਵਿੱਤਰ ਕਿਸਾਨ ਦਾ ਕਿੱਤਾ ਨਾਗਰਾ ਸਾਹਿਬ ਕਿਉਂ ਆ? ਸਾਰੀ ਦੁਨੀਆ ਜਾਣਦੀ, ਕਿਸਾਨ ਵਿਚਾਰਾ ਦਿਲ ਤੋਂ ਜਾਣਦਾ, ਮੈਂ ਚਾਹੇ ਨਹੀਂ ਜਾਣਦਾ ਹੋਵਾਂ, ਸੁਣਨ ਵਾਲਿਆਂ 'ਚ ਵੀ ਕੋਈ ਨਹੀਂ ਜਾਣਦਾ ਹੋਵੇ। ਉਹ ਇੱਕ ਸੈਲਫ ਸੈਂਟਰਡ, ਸੈਲਫ ਕ੍ਰੀਏਟਡ ਇੱਕ ਐਸਾ ਕਿੱਤਾ ਆ, ਉਹ ਕਿਸੇ ਨੂੰ ਅਫੈਂਡ ਨਹੀਂ ਕਰਦਾ। ਖੇਤੀ ਬੀਜਦਾ, ਖੇਤੀ ਵੀ ਧਰਤੀ 'ਚ ਬੀਜਦਾ, ਧਰਤੀ ਉਹਦੀ ਆਪਣੀ ਆ, ਉੱਥੇ ਬੀਜਦਾ, ਲੇਕਿਨ ਉਹ ਪੂਰੀ ਮਿਹਨਤ ਦੇ ਨਾਲ ਉਹਨੂੰ ਪੈਦਾਵਾਰੀ ਉੱਥੋਂ ਕੱਢਦਾ। ਉਹਦਾ ਕੋਈ ਪਰਸਨਲ ਇੰਟਰਸਟ ਨਹੀਂ ਹੁੰਦਾ ਕਿ ਇਹ ਮੈਂ ਇਕੱਲੇ ਨੇ ਖਾਣੀ ਆ। ਉਹ ਕਿਸੇ ਜਾਨਵਰ ਨੇ ਵੀ ਖਾਣੀ ਆ, ਕਿਸੇ ਇਨਸਾਨ ਨੇ ਵੀ ਖਾਣੀ ਆ, ਕਿਸੇ ਪੰਛੀ ਨੇ ਵੀ ਖਾਣੀ ਆ, ਸਾਰੀ ਦੁਨੀਆ ਨੇ ਖਾਣੀ ਆ। ਇਸ ਕਰਕੇ ਉਹਨੂੰ ਪਾਕ ਪਵਿੱਤਰ ਪ੍ਰੋਫੈਸ਼ਨ ਕਿਹਾ ਜਾਂਦਾ, ਔਰ ਉਹਦੇ ਨਾਲ ਨਾਲ ਰੋਟੀ ਦਾ ਸੋਰਸ ਵੀ ਆ ਜੀ। ਅਤੇ ਉਹ ਐਡੀ ਵਧੀਆ ਜਾਣੀ ਕਮਾਈ ਕਿਸਾਨ ਕਰਦਾ ਆ, ਜਿਹੜਾ ਕਿ ਹਰ ਇੱਕ ਬੰਦਾ ਅੱਜ ਦੀ ਫਾਸਟ ਲਾਈਫ ਦੇ ਵਿੱਚ ਹੋ ਸਕਦਾ ਮੈਂ ਨਾ ਸੋਚਦਾ ਮੈਂ ਫੂਡ ਜਿਹੜੀ ਮੈਂ ਖਾ ਰਿਹਾ, ਜਿਸ ਤਰ੍ਹਾਂ ਤੁਸੀਂ ਕਿਹਾ ਕਿੱਥੋਂ ਆਈ ਹੈ, ਕਿੱਥੋਂ ਆਇਆ, ਹਾਂਜੀ, ਐਕਚੁਅਲੀ ਉਹ ਆਇਆ ਤਾਂ ਉਹਨਾਂ ਨੇ ਜਿਹੜਾ ਹਾਲ ਵਾਇਆ ਉਹਦੇ ਵਿੱਚੋਂ ਆਇਆ। ਚਾਹੇ ਉਹ ਕਿਸਾਨ ਤੁਸੀਂ ਆ, ਮੈਂ ਆ, ਇੱਥੋਂ ਦਾ ਕੈਨੇਡਾ ਦਾ ਕਿਸਾਨ ਆ, ਚਾਹੇ ਉਹ ਜਿੱਥੋਂ ਦਾ ਮਰਜ਼ੀ ਆ, ਕਿਸਾਨ ਕਿਸਾਨ ਆ। ਲੇਕਿਨ ਉਹਨਾਂ ਦਾ ਜਿਹੜੀ ਦੇਣ ਆ, ਮੇਰਾ ਤਾਂ ਖਿਆਲ ਆ ਵੀ ਸਾਡੇ ਧਰਤੀ ਤੋਂ ਜੋ ਜੀਵ ਜੰਤੂ ਕੋਈ ਵੀ ਦੇ ਨਹੀਂ ਸਕਦਾ। ਅਸੀਂ ਸਾਰੇ ਜੀ ਰਹੇ ਹਾਂ, ਬਲ ਫੁੱਲ ਰਹੇ ਹਾਂ ਕਿਸਾਨਾਂ ਦੇ ਸਿਰ 'ਤੇ। ਬਹੁਤ ਅੱਛੇ। ਸੋ ਵਿਦੇਸ਼ਾਂ 'ਚ ਵਸਦੇ ਜਿੰਨੇ ਵੀ ਪੰਜਾਬੀ ਜਾਂ ਭਾਰਤੀ ਹਨ, ਜਾਂ ਜਿਹੜੇ ਹਿੰਦੁਸਤਾਨ ਤੋਂ ਜਾਂ ਭਾਰਤ ਤੋਂ ਆਏ ਹੋਏ, ਇੱਥੇ ਇੰਡੀਆ ਤੋਂ ਆਏ ਲੋਕ ਨੇ, ਚਾਹੇ ਅਮਰੀਕਾ, ਆਸਟ੍ਰੇਲੀਆ, ਕੈਨੇਡਾ, ਇੰਗਲੈਂਡ ਜਾਂ ਯੂਰਪ ਦੇ ਹੋਰ ਮੁਲਕ ਨੇ ਜਾਂ ਕਿਤੇ ਵੀ ਨੇ, ਅਸੀਂ ਢੱਡਾ ਸਾਹਿਬ ਇੱਕ ਚੀਜ਼ ਤੁਸੀਂ ਦੇਖੋ, ਪਿਛਲੇ 15-20 ਸਾਲਾਂ ਦੇ ਵਿੱਚ ਜਿੰਨਾ ਕੁ ਮੈਂ ਸਫ਼ਰ ਮੇਰਾ ਹੈ ਵਿਦੇਸ਼ੀ ਧਰਤੀ ਦਾ, ਮੈਂ ਉਹਦੇ ਆਧਾਰ 'ਤੇ ਗੱਲ ਕਰ ਸਕਦਾ ਕਿ 20 ਸਾਲ ਪਹਿਲਾਂ ਸਾਨੂੰ ਗਰੋਸਰੀ ਸਟੋਰਾਂ ਦੇ ਵਿੱਚ ਆਪਣੇ ਪੰਜਾਬੀਆਂ ਦੇ ਜਾਂ ਭਾਰਤੀਆਂ ਦੇ ਗਰੋਸਰੀ ਸਟੋਰਾਂ ਦੇ ਵਿੱਚ ਕਈ ਆਈਟਮਾਂ ਸ਼ਾਇਦ ਨਹੀਂ ਸੀ ਪ੍ਰਾਪਤ ਹੁੰਦੀਆਂ, ਮਿਲਦੀਆਂ ਨਹੀਂ ਸੀ। ਜੀ ਜੀ। ਮਸਲਨ ਇੱਕ ਭਾਵੇਂ ਮੱਕੀ ਬਹੁਤ ਹੁੰਦੀ ਹੈ, ਮੱਕੀ ਦਾ ਆਟਾ
ਨਹੀਂ ਵਿਕਦਾ ਸੀ। ਠੀਕ ਹੈ ਜੀ। ਸੋ ਮੈਂ ਇਹ ਜਾਣਨਾ ਚਾਹੁੰਦਾ ਕਿ ਭੋਜਨ ਦੀਆਂ ਵਸਤਾਂ, ਤੁਸੀਂ ਦਾਲ ਦਾ ਨਾਂ ਲੈ ਲਓ, ਤੁਸੀਂ ਜਿਹੜੀ ਮਰਜ਼ੀ ਦਾਲ, ਚਾਹੇ ਉਹ ਈਵਨ ਜਿਹੜਾ ਚਨੇ ਹੁੰਦੇ ਨੇ, ਛੋਲੂਆ ਜਿਹਨੂੰ ਕਹਿੰਦੇ ਹਰੇ ਚਨੇ, ਉਹ ਵੀ ਹੁਣ ਤਾਂ ਪਹੁੰਚ ਗਏ ਜੀ। ਕਾਲੇ ਚਨੇ, ਹਰੇ ਚਨੇ, ਸਾਰੇ ਕੁਝ ਪਹੁੰਚ ਗਿਆ, ਸਭ ਕੁਝ ਪਹੁੰਚ ਗਿਆ ਜੀ। ਸੋ ਮੇਰਾ ਇਹ ਸਵਾਲ ਹੈ ਕਿ ਇਹ ਆਪਾਂ ਇਹ ਤੇ ਕਹਿ ਦਿੰਦੇ ਕਿ ਚੱਲ ਜਾ ਕੇ ਫਲਾਣੇ ਸਟੋਰ ਤੋਂ ਚੱਕ ਲਿਆ ਜੀ ਗਰੋਸਰੀ, ਤੇ ਆਪਾਂ ਬਣਾ ਕੇ ਸਵਾਦ ਨਾਲ ਖਾ ਲਿਆ। ਠੀਕ ਹੈ, ਵਿਚ ਇਜ਼ ਕੰਜ਼ਿਊਮਰ ਆ, ਅਸੀਂ ਕੰਜ਼ਿਊਮਰ ਕੋਲ ਪਹੁੰਚਣਾ ਹੈ। ਬਿਲਕੁਲ। ਤੁਸੀਂ ਇੱਕ ਬੜੀ ਵਧੀਆ ਗੱਲ ਕੀਤੀ ਕਿ ਇਹ ਜੀਵ ਜੰਤੂ ਜਿਹੜੇ ਨੇ, ਚਾਹੇ ਕੀੜਾ ਮਕੌੜਾ ਹੈ, ਚਾਹੇ ਉਹ ਕੋਈ ਵੱਡਾ ਜਾਨਵਰ ਹੈ, ਉਹ ਵੀ ਚਲੋ ਜੰਗਲਾਂ ਦੇ ਉੱਤੇ ਨਿਰਭਰ ਕਰਦੇ ਨੇ, ਵੱਖਰੀ ਗੱਲ ਹੈ। ਉਹਨਾਂ 'ਚੋਂ ਬਹੁਤੇ ਜਾਨਵਰ ਵੀ ਜਿਹੜੇ ਕਿਸਾਨ ਦਾ ਉਗਾਇਆ ਹੋਇਆ ਹੀ ਖਾਂਦੇ ਨੇ। ਸੋ ਅਸੀਂ ਇੰਨੇ ਨਾਸ਼ੁਕਰੇ ਬਤੌਰ ਇਨਸਾਨ ਨਹੀਂ ਹੋ ਸਕਦੇ ਇੱਕ ਐਸੇ ਕਿੱਤੇ ਦੇ ਵਿੱਚ ਲੱਗੇ ਹੋਏ ਲੋਕਾਂ ਪ੍ਰਤੀ ਜਿਹੜੇ ਕਿ ਇੰਨਾ ਮਹਾਨਤਾ ਵਾਲਾ ਕੰਮ ਕਰ ਰਹੇ ਨੇ। ਖੂਨਦਾਨ, ਮਹਾਦਾਨ, ਅੰਗਦਾਨ, ਉਸ ਤੋਂ ਮਹਾਦਾਨ, ਇਹ ਗੱਲਾਂ ਅਕਸਰ ਆਪਾਂ ਸੁਣਦੇ ਸੀ। ਬਿਲਕੁਲ। ਲੇਕਿਨ ਜਿਹੜਾ ਇੱਕ ਦਾਨ ਕਰ ਰਿਹਾ, ਇੱਕ ਕਿਸਾਨ ਖੇਤੀ ਕਰਕੇ ਆਪਣੇ ਮਿਹਨਤ, ਉਸ ਇੱਕ ਬੀਜ ਨੂੰ ਬੀਜਣ ਤੋਂ ਲੈ ਕੇ ਉਹਨੂੰ ਪੌਦਾ ਤੇ ਉਸ ਤੋਂ ਬਾਅਦ ਕਟਾਈ ਕਰਕੇ ਫਿਰ ਉਹ ਤੁਹਾਡੇ ਲਈ ਉਹ ਮੰਡੀ ਤੱਕ ਜਾਂ ਜਿੱਥੇ ਵੀ ਪਹੁੰਚਾਉਂਦਾ, ਉੱਥੋਂ ਫਿਰ ਉਹ ਬਣ ਕੇ ਰੋਟੀ ਆਟਾ ਬਣ ਕੇ ਤੁਹਾਡੇ ਟੇਬਲ ਤੇ ਆ ਕੇ ਸਰਦਾ ਹੈ। ਸੋ ਅਸੀਂ ਉਹਦੇ ਓਰੀਜਨ, ਉਹਦੇ ਕਰਮ ਦਾਤੇ, ਉਸਦੇ ਜਿਹੜਾ ਓਰੀਜਨੇਟਰ ਹੈ, ਜਿਹੜਾ ਉਸ ਨੂੰ ਉਪਜਾਉਣ ਵਾਲਾ ਹੈ, ਅੰਨਦਾਤਾ ਜਿਹਨੂੰ ਅਸੀਂ ਅਕਸਰ ਕਹਿੰਦੇ ਹਾਂ, ਉਹਦੇ ਪ੍ਰਤੀ ਜਿਹੜਾ ਇੱਕ ਰਵੱਈਆ, ਮੈਂ ਮਤਲਬ ਮੇਰਾ ਇਸ਼ਾਰਾ ਸਮਝ ਗਏ ਅੰਦੋਲਨ ਵਾਲੇ ਪਾਸੇ, ਉਹਦੇ ਪ੍ਰਤੀ ਇਹ ਇਨਡਿਫਰੈਂਸ ਵਾਲਾ, ਉਹਦੇ ਪ੍ਰਤੀ ਇਹ ਜਿਹੜਾ ਇੱਕ ਨਾਸ਼ੁਕਰੇਪਨ ਵਰਗੇ ਜਿਹੜੇ ਲੋਕ ਨੇ ਕੰਮ ਕਰਦੇ, ਉਹਦੇ ਵਾਲਾ, ਚਾਹੇ ਉਹ ਅਥਾਰਟੀਜ਼ ਦੀ ਗੱਲ ਹੈ, ਚਾਹੇ ਕੁਝ ਅਜਿਹੀ ਲੌਬੀ ਦੀ ਗੱਲ ਹੈ, ਜਾਂ ਅਜਿਹੇ ਲੋਕਾਂ ਦੀ ਗੱਲ ਹੈ ਜਿਹੜੇ ਕਿ ਸ਼ਾਇਦ ਉਹਨਾਂ ਕਿਸਾਨਾਂ ਦੇ ਪ੍ਰਤੀ ਹਮਦਰਦੀ ਵਾਲਾ ਵਤੀਰਾ ਨਹੀਂ ਦਿਖਾ ਰਹੇ, ਨਹੀਂ ਦਿਖਾ ਰਹੇ। ਸੋ ਭਾਵੇਂ ਕਿ ਮੈਨੂੰ ਕਹਿਣਾ ਪੈ ਰਿਹਾ ਕਿ ਸ਼ਾਇਦ ਉਹਨਾਂ ਦੀਆਂ ਪਲੇਟਾਂ ਦੇ ਵਿੱਚ ਜਿਹੜਾ ਭੋਜਨ ਹੈ ਨਾ ਜੀ, ਉਹ ਕਿਸੇ ਹੋਰ ਗ੍ਰਹਿ ਤੋਂ ਆਉਂਦਾ ਹੈ। ਨਹੀਂ, ਉੱਥੋਂ ਹੀ ਆਉਂਦਾ ਉੱਥੋਂ ਹੀ ਹੈ, ਇੱਥੋਂ ਹੀ ਆਉਂਦਾ। ਜਿਸ ਕਿਸਾਨ ਨੇ, ਜਿਹੜਾ ਹੁਣ ਇੱਥੇ ਟੋਰਾਂਟੋ ਕੈਨੇਡਾ ਦੇ ਆਲੇ ਦੁਆਲੇ, ਟੋਰਾਂਟੋ ਦੇ ਆਲੇ ਦੁਆਲੇ ਬਹੁਤ ਸਾਰੇ ਕਿਸਾਨ ਨੇ, ਉਹ ਸਾਡੇ ਪਲੇਟ ਦੇ ਵਿੱਚ ਸਵੇਰੇ ਐਗ ਵੀ ਪਹੁੰਚਾ ਰਿਹਾ, ਮਿਲਕ ਵੀ ਪਹੁੰਚਾ ਰਿਹਾ, ਬ੍ਰੈਡ ਵੀ ਪਹੁੰਚਾ ਰਿਹਾ, ਤੇ ਅਸੀਂ ਜੇਕਰ ਉਹਨੂੰ ਕੋਈ ਉਹਦੇ ਪ੍ਰਤੀ ਨਾਸ਼ੁਕਰਾਪਨ ਦਾ ਇਜ਼ਹਾਰ ਕਰਦੇ ਹਾਂ, ਕਹਿਣ ਦਾ ਮਤਲਬ ਇਹ ਹੈ ਕਿ ਨਾਸ਼ੁਕਰੇ ਹੋਣਾ ਇੱਕ ਗਾਲ ਕੱਢਣ ਤੋਂ ਵੀ ਅੱਗੇ ਵਾਲੀ ਗੱਲ ਹੈ, ਘਟੀਆਪਨ ਹੈ ਜੀ, ਘਟੀਆਪਨ ਹੈ। ਸੋ ਤੁਹਾਡਾ ਕੀ ਨਜ਼ਰੀਆ ਹੈ ਕਿ ਜਿਹੜੇ ਕਿਸਾਨਾਂ ਦੀ ਪੰਜਾਬ, ਹਰਿਆਣਾ, ਯੂਪੀ, ਰਾਜਸਥਾਨ, ਮੱਧ ਪ੍ਰਦੇਸ਼ ਤੇ ਭਾਰਤ ਵਰਸ਼ ਦੇ ਵੱਖ-ਵੱਖ ਇਲਾਕਿਆਂ ਤੋਂ ਬਹੁਤ ਸਾਰਾ ਕਿਸਾਨ ਜਿਹੜਾ ਉਹ ਬਾਰਡਰਾਂ ਤੇ, ਮੀਡੀਆ ਸਾਨੂੰ ਦਿਖਾ ਰਿਹਾ ਜੀ, ਅਸੀਂ ਸਾਡੇ ਟੀਮਾਂ ਵੀ ਦਿਖਾ ਰਹੀਆਂ ਨੇ ਉੱਥੋਂ, ਉਹ ਜਿਹੜਾ ਬਾਰਡਰ ਤੇ ਪਹੁੰਚਿਆ ਹੈ, ਉਹਦੇ ਪ੍ਰਤੀ ਇੱਕ ਐਡਾ ਜਿਹੜਾ ਇੱਕ ਅਜਿਹਾ ਜਿਹੜਾ ਅੰਦੋਲਨ ਚੱਲ ਪਿਆ, ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਕੀ ਤੁਸੀਂ ਇੰਨਾ ਸੋਹਣਾ ਨਾਗਰਾ ਸਾਹਿਬ ਟੌਪਿਕ ਛੇੜ ਕੇ ਲਿਆਏ ਆ, ਮੈਨੂੰ ਇਹ ਪੂਰਾ 100% ਤੋਂ ਜ਼ਿਆਦਾ, ਹਜ਼ਾਰਾਂ ਹੀ % ਯਕੀਨ ਆ ਕਿ ਆਪਣੇ ਜਿਹੜੇ ਵਿਊਅਰ ਆ ਉਹ ਤੁਹਾਨੂੰ ਦੁਆਵਾਂ ਦੇਣਗੇ। ਵਜ੍ਹਾ ਇਹ ਹੈ, ਜਦ ਤੋਂ ਹਿਸਟਰੀ ਬਣੀ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਟਾਈਮ ਇਮੈਮੋਰੀਅਲ ਜੀ, ਇਹ ਖੇਤੀ ਜਿਹੜਾ ਕਿੱਤਾ ਹੈ ਜਦ ਤੋਂ ਧਰਤੀ ਬਣੀ ਉਹ ਤੋਂ ਚੱਲਦਾ ਆ ਰਿਹਾ ਇੰਡੀਵਿਜੂਅਲੀ। ਹੋਇਆ ਕਿ ਜਿਸ ਤਰ੍ਹਾਂ ਤੁਸੀਂ ਉਹ ਅੰਗਰੇਜ਼ੀ ਦੀ ਗੱਲ ਆ ਨਾ ਕਿ ਫੋਰਬਿਡਨ ਫਰੂਟ ਜਿਹਨੇ ਵੀ ਖਾਧਾ ਉਹ ਕਹਿੰਦੇ ਜੀ ਅਸੀਂ ਸਾਰੇ ਉੱਥੋਂ ਸ਼ਰਾਰਤ ਤੋਂ ਪੈਦਾ ਹੋਏ ਹਾਂ ਜੀ। ਅੱਛਾ, ਮੇਰਾ ਪੁਆਇੰਟ ਇਹ ਆ, ਇਨਸਾਨ ਦੇ ਕੋਲ ਜਿੰਨੀਆਂ ਵੀ ਜ਼ਿਆਦਾ ਤੋਂ ਜ਼ਿਆਦਾ ਸਹੂਲਤਾਂ ਅੱਜ ਤੱਕ ਆਈਆਂ ਜੀ, ਉਹ ਅਸੂਲ ਜਿੰਨੀਆਂ ਜ਼ਿਆਦਾ ਆਈ ਜਾਂਦੀਆਂ, ਉਹਨਾਂ ਨੂੰ ਉਹ ਪਾਸੇ ਰੱਖ ਕੇ ਇਨਸਾਨ ਗਾਹਾਂ ਤੋਂ ਗਾਹਾਂ ਜਾਂ ਆਪਣੇ ਪ੍ਰੋਫਿਟ ਲਈ ਜਾਂ ਕਿਸੇ ਦੇ ਕਹੇ ਤੇ ਉਹ ਬਿਲਾ ਵਜ੍ਹਾ ਕੋਈ ਨਾ ਕੋਈ ਛੇੜਛਾੜ ਧਰਤੀ ਦੇ ਨਾਲ ਕਰਦਾ ਰਹਿੰਦਾ। ਕਰਦੇ ਹੁਣ ਗੱਲ ਇੱਥੇ ਤੱਕ ਪਹੁੰਚ ਗਈ ਕਿ ਉਹਨਾਂ ਨੇ ਕਿਸਾਨੀ ਨੂੰ ਆ ਕੇ ਉੱਥੇ ਉਹਦੇ ਉੱਤੇ ਕਾਨੂੰਨ ਬਣਾ ਦਿੱਤੇ ਇੰਡੀਆ ਦੇ ਵਿੱਚ, ਜਿਹਨਾਂ ਨੂੰ ਕਾਲੇ ਕਾਨੂੰਨ ਕਹਿੰਦੇ ਆ। ਕਾਲੇ ਕਾਨੂੰਨ ਇਸ ਕਰਕੇ ਉਹਨਾਂ ਨੂੰ ਉਹ ਕਹਿੰਦੇ ਆ, ਕਿਸਾਨਾਂ ਦੇ ਉੱਤੇ ਕਾਨੂੰਨ ਬਣਾਏ ਗਏ, ਲੇਕਿਨ ਕਿਸਾਨਾਂ ਨੂੰ ਕੌਨਫੀਡੈਂਸ ਵਿੱਚ ਨਹੀਂ ਲਿਆ। ਨਾ ਤਾਂ ਕਿਸੇ ਨੇ ਜਾ ਕੇ, ਸ਼ਾਹੂਕਾਰ ਨੇ ਬੜੀਆਂ ਕੰਪਨੀਆਂ ਦੇ ਉੱਤੇ ਦੇਖਿਆ ਵੀ ਕਿਸਾਨ ਦੀ ਰੋਜ਼ਮਰਰਾ ਦੀ ਜ਼ਿੰਦਗੀ ਕੀ ਆ, ਉਹ ਕਿੱਦਾਂ ਜੀਂਦੇ ਆ, ਕੀ ਕਰਦੇ ਆ, ਕਿੱਦਾਂ ਖਾਂਦੇ ਆ, ਕੀ ਆਪਣਾ ਕਹਿੰਦੇ ਆ ਕਿ ਕਿੱਦਾਂ ਖੁਸ਼ ਆ, ਕਿੱਦਾਂ ਨਹੀਂ ਖੁਸ਼ ਹੈਗੇ ਜੀ। ਉਹਨਾਂ ਨੇ ਚੁੱਪ ਕਰਕੇ ਕਾਨੂੰਨ ਬਣਾਤੇ। ਉਹਦੀ ਇੰਟੈਂਟ ਕੀ ਆ ਜੋ ਮੈਂ ਸਮਝਿਆ, ਉਹ ਕਹਿੰਦੇ ਆ ਵੀ ਇੱਕ ਜਿਹੜਾ ਇੰਡਸਟਰੀਅਲਿਸਟ ਹੈ, ਤੁਸੀਂ ਉਹਨੂੰ ਜ਼ਮੀਨ ਦੇ ਦਿਓ, ਉਹ ਕਾਸ਼ਤ ਕਰੂਗਾ, ਲੇਕਿਨ ਉਹ ਮਸ਼ੀਨਾਂ ਦੇ ਵਿੱਚ ਹੀ ਫੂਡ ਬਣਾ ਕੇ ਤੁਹਾਡੇ ਲਈ ਖਾਣ ਦੇ ਲਈ ਤੁਹਾਨੂੰ ਦਊਗਾ, ਤਾਂ ਉਹ ਤੁਸੀਂ ਖਾਈ ਜਾਓ, ਤੁਸੀਂ ਮੇਰੇ ਤੋਂ ਪੈਸੇ ਲਈ ਜਾਓ। ਜਿਹੜੀ ਕਿ ਟੋਟਲ ਜਿਹੜਾ ਖੇਤੀ ਦਾ ਕੰਮ ਸ਼ੁਰੂ ਹੀ ਹੋਇਆ ਨਾ, ਜਿਸ ਵੇਲੇ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਹਲ ਵਾਹ ਕੇ ਅੰਨ ਪੈਦਾ ਕੀਤਾ ਜਾਂਦਾ ਸੀ, ਚੱਕੀ ਦੇ ਨਾਲ ਪੀਹ ਕੇ, ਆਟਾ ਗੁੰਨ ਕੇ, ਦਾਲ ਸਬਜ਼ੀਆਂ ਉਗਾ ਕੇ ਰੋਟੀ ਪਾਣੀ ਖਾਇਆ ਜਾਂਦਾ ਸੀਗਾ, ਜਿਹਨੂੰ ਆਪਾਂ ਲੰਗਰ ਦਾ ਰੂਪ ਦਿੰਦੇ ਹਾਂ। ਸਾਰੇ ਬਹਿ ਕੇ ਲੰਗਰ ਛਕਦੇ ਆ ਜੀ। ਲੋਕ ਬਿਮਾਰ ਵੀ ਅੰਨੇ ਸੀ ਹੁੰਦੇ,
ਕੁਛ ਉਹਨਾਂ ਦੀ ਸਿਹਤਾਂ ਵੀ ਠੀਕ ਰਹਿੰਦੀਆਂ ਸੀਗੀਆਂ ਤੇ ਅੱਜ ਦੇ ਕੰਪੇਅਰ ਕਰੀਏ ਟੂ ਬੀ ਆਨੈਸਟ ਵਿਦ ਯੂ। ਪਰ ਅੱਜ ਕੱਲ੍ਹ ਦਾ ਜਿਹੜਾ ਜ਼ਮਾਨਾ ਉਹ ਮਕੈਨੀਕਲ ਆ ਗਿਆ। ਉਹ ਕਹਿੰਦੇ ਜੀ ਮਸ਼ੀਨ ਤੋਂ ਪ੍ਰੋਡਕਸ਼ਨ ਲਿਆਓ, ਉਹਨਾਂ ਨੂੰ ਕੋਈ ਨਹੀਂ ਅਸਰ ਵੀ ਜਿਸ ਵੇਲੇ ਤੁਸੀਂ ਮਸ਼ੀਨ ਦੇ ਵਿੱਚ ਹੀ ਕੋਈ ਵੀ ਚੀਜ਼ ਲਗਾਉਂਦੇ ਆ ਨਾ, ਉਹਦੀ ਲਾਈਫ ਵਧਾਉਣ ਦੇ ਲਈ ਨਾਗਰਾ ਸਾਹਿਬ ਉਹਦੇ ਵਿੱਚ ਪੈਂਦੇ ਆ ਪ੍ਰੀਜ਼ਰਵੇਟਿਵ। ਪ੍ਰੀਜ਼ਰਵੇਟਿਵ ਇੱਕ ਕਿਸਮ ਦਾ ਕੈਮੀਕਲ ਹੁੰਦਾ, ਬਿਲਕੁਲ, ਜਿਹੜਾ ਕਿ ਉਹਨੂੰ ਉੱਲੀ ਲੱਗਣ ਤੋਂ ਉਹਨੂੰ ਬਚਾਉਂਦਾ ਤੇ ਉਹਦੀ ਲਾਈਫ ਬਤਾਉਂਦਾ। ਲੇਕਿਨ ਹੁੰਦਾ ਕੈਮੀਕਲ ਆ। ਲੇਕਿਨ ਉਹ ਕੈਮੀਕਲ ਕਦੇ ਵੀ ਮੈਂ ਨਹੀਂ ਅੱਜ ਤੱਕ ਕੋਈ ਬੁੱਕ ਪੜ੍ਹੀ ਜੋ ਟੈਸਟ ਹੋ ਕੇ ਆਇਆ ਹਿਊਮਨ ਲਾਈਫ ਦੇ ਉੱਤੇ ਬੈਡ ਇਫੈਕਟ ਕਰਦਾ, ਜਾਨਵਰਾਂ ਦੀ ਲਾਈਫ 'ਤੇ ਬੈਡ ਇਫੈਕਟ ਕਰਦਾ। ਬੇਸ਼ੱਕ ਜਿਹੜਾ ਜੀਵ ਜੰਤੂ ਆ ਉਹਨਾਂ ਦੇ ਘਰ ਰੈਸਟੋਰੈਂਟ ਨਹੀਂ ਬਣੇ, ਨਾ ਉਹਨਾਂ ਦੇ ਘਰ ਚੁੱਲ੍ਹਾ ਚੌਂਕਾ ਆਇਆ ਵੀ ਰੋਟੀ ਪਕਾ ਕੇ ਖਾਂਦੇ ਆ, ਲੇਕਿਨ ਅਸੀਂ ਜੇ ਆਪ ਬਣਾ ਕੇ ਉਹਨਾਂ ਨੂੰ ਦਿੰਦੇ ਤਾਂ ਖਾ ਲੈਂਦੇ ਆ। ਬਿਲਕੁਲ। ਸੋ ਤੁਹਾਡਾ ਬਿਲਕੁਲ ਇਸ਼ਾਰਾ ਮੈਂ ਸਮਝ ਸਕਦਾ ਕਿ ਇਹ ਪ੍ਰੋਸੈਸਡ ਫੂਡ ਜਾਂ ਫੂਡ ਦੀ ਇੰਡਸਟਰੀਅਲਾਈਜੇਸ਼ਨ, ਦੇਖੋ ਗ੍ਰੀਨ ਰੈਵੋਲੂਸ਼ਨ ਦੀ ਲੋੜ ਪਈ ਭਾਰਤ ਨੂੰ ਜਦੋਂ ਉੱਥੇ ਅੰਨ ਦੀ ਸ਼ਾਰਟੇਜ ਹੋਈ, ਔਰ ਫਿਰ ਸਮੇਂ-ਸਮੇਂ ਤੇ ਜਿਹੜੀ ਚੀਜ਼ ਦੀ ਘਾਟ ਹੋਈ ਉੱਥੋਂ ਦੇ ਕਿਸਾਨ ਨੇ ਅੱਗੇ ਹੋ ਕੇ ਉਸ ਦੀ ਪੈਦਾਵਾਰ ਵਧਾਈ। ਮੈਨੂੰ ਯਾਦ ਹੈ ਜੀ, ਭਾਰਤ ਦੇ ਵਿੱਚ ਰਹਿੰਦੇ ਆ ਕਿਸਾਨੀ ਪਰਿਵਾਰ ਦੇ ਨਾਲ ਨਾਤਾ ਹੋਣ ਕਰਕੇ ਕਿ ਫਲਾਵਰ ਜਿਹੜਾ ਹੈ ਜੀ ਫਲੋਰੀਕਲਚਰ ਔਰ ਇਹਦੇ ਨਾਲ ਜਿਹੜੇ ਹੁੰਦੇ ਨੇ ਜੀ ਸੀਡ ਹੁੰਦੇ ਨੇ ਆਇਲ ਸੀਡਸ, ਉਹਨਾਂ ਦੀ ਖੇਤੀ ਮੈਂ ਖੁਦ ਆਪ ਘਰਦਿਆਂ ਤੋਂ ਉਲਟ ਜਾ ਕੇ ਸਾਰੇ ਕਰਦੇ ਹੈ ਨਾ ਜੀ। ਉਹ ਜਿਵੇਂ ਕਹਿੰਦੇ ਪੰਗਾ ਲੈਣ ਵਾਲੀ ਗੱਲ ਹੁੰਦੀ ਹੈ, ਬੜਾ ਖੁਸ਼ੀ ਦਾ ਕੰਮ ਹੁੰਦਾ। ਸੂਰਜਮੁਖੀ ਦੇ ਫੁੱਲਾਂ ਦੀ ਮੈਂ ਖੇਤੀ ਕੀਤੀ ਜੀ, ਮਤਲਬ 1.25 ਏਕੜ, ਮਤਲਬ ਬੜਾ ਲੜ ਕੇ ਮੈਂ ਘਰਦਿਆਂ ਤੋਂ ਕਿ ਆਹ ਖੱਤਾ ਜਿਹਨੂੰ ਕਹਿੰਦੇ ਖੇਤ ਛੱਡ ਦਿਓ, ਮੈਂ ਇਹਨੂੰ ਆਹ ਬੀਜਣਾ। ਉਹ ਕਹਿੰਦੇ ਤੇਰਾ ਦਿਮਾਗ ਖਰਾਬ ਹੈ ਨਾ ਜੀ, ਕਿ ਤੂੰ ਇਹ ਕਿਉਂ ਕਰ ਰਿਹਾ। ਪਰ ਜਦੋਂ ਉਹਦੇ ਨਤੀਜੇ ਆਉਂਦੇ ਨੇ ਜੀ, ਤੇ ਮੈਂ 20-25 ਸਾਲ ਪੁਰਾਣੀ ਗੱਲ, 20 ਸਾਲ ਤੋਂ ਉੱਤੇ ਵੱਧ ਦੀ ਗੱਲ ਕਰ ਰਹੇ ਹਾਂ, ਤੇ ਅੱਜ ਅਸੀਂ ਇਹ ਕਹਿ ਰਹੇ ਹਾਂ ਕਿ ਉਹ ਜਿਹੜਾ ਕਿਸਾਨ ਹੈ ਜੀ ਉਹ ਧਰਤੀ ਦੇ ਨਾਲ ਸਮੇਂ ਅਨੁਸਾਰ ਅਥਾਰਟੀਜ਼ ਦੀ ਮੰਗ ਨੂੰ ਦੇਖਦੇ ਹੋਏ ਉਹਦੇ ਨਾਲ ਐਕਸਪੈਰੀਮੈਂਟ ਵੀ ਕਰਦਾ ਹੈ। ਸੋ ਤੁਸੀਂ ਜਿਹੜੀ ਗੱਲ ਕੀਤੀ, ਜਦੋਂ ਪ੍ਰੋਸੈਸਿੰਗ ਦੀ ਗੱਲ ਆਉਂਦੀ, ਜਦੋਂ ਫੂਡ ਪ੍ਰੋਸੈਸਿੰਗ ਤੋਂ ਬਾਅਦ ਵਾਪਸ ਆਉਂਦਾ ਤਾਂ ਉਹਦੀ ਨਾਟ ਓਨਲੀ ਉਹਦੀ ਸ਼ੈਲਫ ਲਾਈਫ ਵੱਧਦੀ ਹੈ, ਨਾਟ ਓਨਲੀ ਕਿ ਉਹ ਸਰੀਰ ਦੇ ਮਨੁੱਖੀ ਜਿਹੜਾ ਸਰੀਰ ਉਹਦੀ ਕੰਜ਼ੰਪਸ਼ਨ ਲਈ ਉਹ ਸ਼ਾਇਦ ਨੁਕਸਾਨਦਾਇਕ ਕਿਸੇ ਹੱਦ ਤੱਕ ਹੁੰਦਾ ਹੈ, ਉੱਥੇ ਨਾਲ ਦੀ ਨਾਲ ਉਹਦੇ ਜਿਹੜੇ ਪ੍ਰਭਾਵ ਨੇ ਜੀ, ਜਦੋਂ ਉਹ ਫੂਡ ਉਸੇ ਕਿਸਾਨ ਨੇ ਲੈਣਾ ਹੈ ਜਾਂ ਕਿਸਾਨੀ ਨਾਲ ਸੰਬੰਧਿਤ ਕਿਸੇ ਵਿਅਕਤੀ ਨੂੰ ਜਦੋਂ ਉਹ ਆਪਣਾ ਹੀ ਵੇਚਿਆ ਹੈ ਫੂਡ, ਜਿਹੜਾ ਅਨਾਜ ਦੇਣਾ ਤੇ ਫੂਡ ਆਪ ਲੈਣਾ ਪੈ ਗਿਆ, ਤਾਂ ਇਸ ਗੱਲ ਦਾ ਡਰ ਹੈ ਜੀ। ਔਰ ਇਹ ਜਿਹੜੇ ਅਗਲੇ ਪੜਾਅ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਵਾਕਈ ਹੀ ਇਹ ਜਿਹੜੇ ਕਾਨੂੰਨ ਨੇ ਉਹ ਨੁਕਸਾਨਦਾਇਕ ਨੇ। ਵਾਪਸ ਆਉਂਦੇ ਆ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਦੇਖਦੇ ਰਹੋ ਹੈਲੋ ਕੈਨੇਡਾ। ਹੈਲੋ ਕੈਨੇਡਾ ਟੀਵੀ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਆਪ ਜੀ ਦਾ ਨਿੱਘਾ ਸਵਾਗਤ, ਜੀ ਆਇਆਂ ਨੂੰ। ਤੇ ਅੱਜ ਦੇ ਪ੍ਰੋਗਰਾਮ 'ਚ ਅਸੀਂ ਗੱਲ ਕਰ ਰਹੇ ਹਾਂ ਕਿਸਾਨੀ ਕਿੱਤੇ ਦੀ। ਕਿਸਾਨ ਦੁਆਰਾ ਉਪਜਾਈ ਹੋਈ ਉਪਜ ਜਿਹੜੀ ਹੈ, ਅੰਨ ਹੈ, ਉਹ ਤੁਹਾਡੀ ਥਾਲੀ ਤੱਕ ਦਾ ਜਿਹੜਾ ਸਫ਼ਰ ਤੈਅ ਕਰਦਾ। ਕਈ ਵਾਰ ਤੇ ਸਾਨੂੰ ਇਹ ਜਦੋਂ ਸੋਚਦੇ ਹਾਂ ਅਸੀਂ, ਇੱਕ ਛੋਟਾ ਜਿਹਾ ਜਿਹੜਾ ਇੱਕ ਫਰੂਟ ਹੈ, ਫਲ ਹੈ ਜਾਂ ਕੋਈ ਚੀਜ਼ ਹੈ, ਉਹ ਤੁਹਾਡੇ ਕੋਲ ਆਉਂਦੀ ਉਹ ਪਤਾ ਨਹੀਂ ਕਿੰਨੇ ਹਜ਼ਾਰ ਮੀਲ ਦਾ ਸਫ਼ਰ ਤੈਅ ਕਰਦੀ ਹੈ। ਸੋ ਕਿਸਾਨੀ ਦਾ ਕਿੱਤਾ ਇੱਕ ਅਜਿਹਾ ਕਿੱਤਾ, ਮੈਂ ਕਹਾਂਗਾ ਇਕੋਨਮੀ, ਕਿਸੇ ਵੀ ਮੁਲਕ ਦੀ ਇਕੋਨਮੀ ਦੇ ਵਿੱਚ ਹੁੰਦਾ, ਜਿਹੜਾ ਕਿ ਨਾਟ ਓਨਲੀ ਸਿਰਫ ਤੁਹਾਡੀ ਭੁੱਖ ਮਿਟਾਉਂਦਾ, ਉਹ ਤੁਹਾਡੀਆਂ ਜਿਹੜੀਆਂ ਵੱਖ-ਵੱਖ ਇੰਡਸਟਰੀਜ਼ ਨੇ। ਬ੍ਰੈਡ ਮੇਕਿੰਗ ਇੰਡਸਟਰੀ ਇੱਕ ਸਿੰਪਲ ਐਗਜ਼ਾਮਪਲ ਹੈ। ਕਣਕ ਪੈਦਾ ਹੁੰਦੀ ਹੈ, ਉਹਦੇ ਕਣਕ ਦੇ ਜਿਹੜੇ ਨੇ ਜਿੱਥੇ ਆਟਾ ਬਣਦਾ, ਫਿਰ ਉਹ ਕਿਤੇ ਬ੍ਰੈਡ ਫੈਕਟਰੀ 'ਚ ਜਾਂਦਾ, ਔਰ ਫਿਰ ਉਹਦੀ ਢੋਆ-ਢੁਆਈ ਦੇ ਲਈ ਉਹ ਬ੍ਰੈਡਾਂ ਵੱਖ-ਵੱਖ ਦੇਸ਼ ਦੇ ਹਿੱਸੇ 'ਚ ਜਾਂ ਜਿਹੜੇ ਸ਼ਹਿਰਾਂ 'ਚ ਪਹੁੰਚਦੀਆਂ ਨੇ, ਤਾਂ ਟਰਾਂਸਪੋਰਟ ਦਾ ਬਿਜ਼ਨਸ, ਅਤੇ ਫਿਰ ਉਸ ਤੋਂ ਬਾਅਦ ਉਹ ਟੇਬਲ 'ਤੇ ਦੁਕਾਨਾਂ 'ਚ ਪਹੁੰਚਦਾ, ਫਿਰ ਉਹ ਕਰਿਆਨੇ ਵਾਲੇ ਦਾ ਬਿਜ਼ਨਸ, ਅਤੇ ਇਸੇ ਤਰ੍ਹਾਂ ਫਿਰ ਉਹ ਫੂਡ 'ਤੇ ਪਹੁੰਚਦਾ ਤੁਹਾਡੀ ਪਲੇਟ ਦੇ ਵਿੱਚ, ਤਾਂ ਤੁਹਾਨੂੰ ਉਹ ਤੁਹਾਡੇ ਕੋਲ ਜਾਣ ਨੂੰ, ਖਾਣ ਨੂੰ ਨਸੀਬ ਹੁੰਦਾ। ਸੋ ਇਸ ਵਿਸ਼ੇ ਦੇ ਉੱਤੇ ਅਸੀਂ ਬੈਕਗਰਾਊਂਡ ਜਿਹੜੀ ਹੈ ਜੀ ਉਹ ਕਿਸਾਨੀ ਅੰਦੋਲਨ ਦੀ ਇਸ ਕਰਕੇ ਲੈ ਕੇ ਚੱਲ ਰਹੇ ਹਾਂ ਕਿਉਂਕਿ ਭਾਰਤ ਦਾ ਕਿਸਾਨ ਜਿਹੜਾ ਹੈ ਜੀ ਉਹ ਸਮੂਹਕ ਰੂਪ ਦੇ ਵਿੱਚ ਇੱਕ ਅੰਦੋਲਨ ਦੇ ਸ਼ਕਲ ਦੇ ਵਿੱਚ ਔਰ ਬਹੁਤ ਵੱਡੇ ਇਕੱਠ ਦੇ ਵਿੱਚ, ਜਿੱਥੇ ਦਿੱਲੀ ਦੇ ਬਾਰਡਰਾਂ ਦੇ ਉੱਤੇ ਭਾਰਤ ਸਰਕਾਰ ਤੋਂ 3 ਖੇਤੀ ਕਾਨੂੰਨਾਂ ਦੀ ਨੂੰ ਰੱਦ ਕਰਨ ਦੀ ਮੰਗ ਕਰ ਰਿਹਾ, ਉੱਥੇ ਇਸੇ ਤਰ੍ਹਾਂ ਉੱਥੇ ਜਿਹੜੀ ਘੱਟ ਤੋਂ ਘੱਟ ਅਨਾਜ ਦਾ ਇੱਕ ਮੁੱਲ ਹੈ, MSP ਜਿਹਨੂੰ ਕਹਿੰਦੇ ਆ, ਮਿਨੀਮਮ ਸਪੋਰਟ ਪ੍ਰਾਈਸ, ਉਸ ਦੇ ਲਈ ਕਾਨੂੰਨ ਬਣਾਉਣ ਦੀ ਵੀ ਮੰਗ ਕਰ ਰਿਹਾ। ਸੋ ਗੱਲ ਅੰਨ ਦੀ ਹੋ ਰਹੀ ਹੈ, ਗੱਲ ਅੰਨਦਾਤੇ ਦੀ ਹੋ ਰਹੀ ਹੈ, ਅਤੇ ਅਸੀਂ ਆਪਣੇ ਅੱਖਾਂ ਦੇ ਉੱਤੇ ਅੰਨਿਆਂ ਵਾਂਗੂ ਪੱਟੀ ਬੰਨ੍ਹ ਕੇ ਨਹੀਂ ਬੈਠ ਸਕਦੇ। ਸੋ ਸਾਡਾ ਵਿਸ਼ਾ ਜਿਹੜਾ ਇਸ ਨੂੰ ਛੋਹਣ ਦਾ ਮਕਸਦ ਇਹੀ ਹੈ ਕਿ ਇਸ ਦੇ ਬਾਰੇ ਹਰ ਉਸ ਜਾਗਰੂਕ ਇਨਸਾਨ ਨੂੰ ਗੱਲ ਕਰਨੀ ਚਾਹੀਦੀ ਹੈ, ਜਿਹੜਾ ਭੋਜਨ ਖਾਂਦਾ ਹੈ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ, ਕਿਤੇ ਵੀ ਖਿੱਤੇ ਦੇ ਵਿੱਚ ਤੁਸੀਂ ਰਹਿੰਦੇ ਹੋ ਸਕਦੇ ਹੋ, ਲੇਕਿਨ ਤੁਹਾਡੀ ਪਲੇਟ ਦੇ ਵਿੱਚ ਫੂਡ ਜਿਹੜਾ ਹੈ ਉਹ ਫਾਰਮਰਸ ਦੇ ਖੇਤ ਦੇ ਵਿੱਚ ਆਉਂਦਾ ਹੈ। ਇਸ ਨੂੰ ਆਪਾਂ ਬਿਲਕੁਲ ਨਾ ਭੁੱਲੀਏ ਜੀ। ਤੁਸੀਂ ਮਹਾਰਾਜ ਗੱਲ ਕੀਤੀ ਆਪਣੇ ਸੂਰਜਮੁਖੀ ਦੀ, ਉਹਦੀ ਇੱਕ ਹੋਰ ਬਿਊਟੀ ਹੁੰਦੀ ਆ
ਜੇ ਤੁਸੀਂ 1 ਏਕੜ ਜਾਂ 2 ਏਕੜ ਦੇ ਉੱਤੇ ਲਾਏ ਆ ਉਹਦੀ ਜਿਹੜਾ ਜਿਹਨੂੰ ਆਪਾਂ ਕੈਮਰਾ ਇਮੇਜ ਆਖਦੇ ਆ ਨਾ, ਉਹ ਹਜ਼ਾਰਾਂ ਮੀਲਾਂ ਤੱਕ ਲੱਗਦਾ। ਪਹਿਲੀ ਗੱਲ ਤਾਂ ਨਾਗਰਾ ਸਾਹਿਬ ਉਹਦਾ ਸੁਹੱਪਣ ਬੜਾ ਸੋਹਣਾ ਲੱਗਦਾ ਜੀ, ਬਹੁਤ ਖੂਬਸੂਰਤ ਹੈ। ਉਹਦੀ ਜਿਹੜਾ ਉਹ 'ਚੋਂ ਬੀਜ ਨਿਕਲਦਾ, ਉਹ ਬੀਜ ਅਲਸੀ ਦੇ ਜਿਹੜੇ ਸੂਰਜਮੁਖੀ ਦਾ ਬੀਜ ਆ ਨਾ, ਉਹਦੇ ਵਿੱਚ ਇੱਕ ਇਹੋ ਜਿਹਾ ਕੈਮੀਕਲ ਹੈ, ਉਹ ਤੁਹਾਡੀਆਂ ਬਹੁਤ ਸਾਰੀਆਂ ਬਿਮਾਰੀਆਂ ਸਰੀਰ ਦੇ ਵਿੱਚੋਂ ਜੇ ਵੜ ਗਈਆਂ ਤਾਂ ਉਹਨੂੰ ਕੱਢਣ ਤੁਹਾਡੀ ਹੈਲਪ ਕਰਦਾ, ਨਹੀਂ ਤਾਂ ਵੜਨ ਦਿੰਦਾ ਨਹੀਂ। ਹੁਣ ਗੋਇੰਗ ਬੈਕ ਟੂ ਦਾ MSP ਜਾਂ ਜੋ ਵੀ ਹੈ, ਕਿਸਾਨ ਆਪਣੀ ਖੇਤੀ ਦੇ ਵਿੱਚ ਹੋ ਕੀ ਰਿਹਾ ਸੀਗਾ ਅੱਜ ਤੋਂ ਕਈ ਸਾਲ ਪਹਿਲਾਂ, ਕੋਈ ਖਾਦ ਵਗੈਰਾ ਪਾਉਣ ਦੀ ਲੋੜ ਨਹੀਂ ਸੀ ਹੁੰਦੀ ਜੀ। ਜਿਹੜੇ ਖਾਦ ਵਗੈਰਾ ਨਾਗਰਾ ਸਾਹਿਬ ਆਏ, ਉਹ ਇੰਡਸਟਰੀਅਲਿਸਟ ਜਿਹੜੇ ਉੱਥੇ ਬਣਾਉਂਦੇ ਆ, ਰਿਸਰਚ ਕਰਦੇ ਆ, ਉਹਨਾਂ 'ਚੋਂ ਸਾਰੇ ਕਿਸਾਨ ਨਹੀਂ ਗਏ। ਉਹ ਕੈਮੀਕਲ ਪਾ ਕੇ ਦੇਖਦੇ ਪੌਦੇ ਨੇ ਬਦਲਣਾ ਕਿੱਦਾਂ, ਇਹਦਾ ਝਾੜ ਕਿੱਦਾਂ ਜ਼ਿਆਦਾ ਨਿਕਲਣਾ, ਉਹ ਦੇ ਦਿੱਤਾ, ਉਹ ਲੈ ਗਿਆ। ਸਾਨੂੰ ਪੈਸੇ ਦੀ ਲੋੜ ਆ, ਮਹਿੰਗਾਈ ਬਹੁਤ ਵੱਧਦੀ ਜਾ ਰਹੀ ਆ, ਅਸੀਂ ਉਹ ਪਾ ਕੇ ਬਣਾਈ ਜਾ ਰਹੇ ਹਾਂ। ਪਹਿਲੀ ਗੱਲ ਤਾਂ ਖਤਰਨਾਕ ਉਹੀ ਸ਼ੁਰੂ ਕਰ ਲਿਆ, ਐਕਸਪਲੋਇਟੇਸ਼ਨ ਜਿਹੜੀ ਜਦੋਂ ਸ਼ੁਰੂ ਹੋ ਗਈ। ਦੂਸਰਾ ਕੀ ਹੋਇਆ, ਕਿਸਾਨ ਦੇ ਨਾਲ ਆਲਰੇਡੀ ਉੱਥੇ ਗਵਰਨਮੈਂਟ ਸਬਸਿਡੀ ਦੇ ਰਹੀ ਆ ਜਾਂ MSP ਦੇ ਰਹੀ ਹੈ। ਕਿਉਂ ਦੇ ਰਹੀ ਆ? ਕਿਉਂਕਿ ਉਹਨਾਂ ਦੀ ਲਾਗਤ ਜ਼ਿਆਦਾ ਆ, ਉਹਨਾਂ ਨੂੰ ਪੈਸੇ ਉਹਨੇ ਮਿਲ ਨਹੀਂ ਰਹੇ। ਜਾਂ ਤਾਂ ਉਹ ਲਾਗਤ ਘਟਾਉਣ, ਜਾਂ ਉਹਨਾਂ ਨੂੰ ਫਿਰ ਉਹ ਜ਼ਿਆਦਾ ਦਿੰਦੇ, ਕਿੱਥੇ ਤੱਕ ਲੈ ਜਾਊਗੇ। ਮੇਰਾ ਜਿਹੜਾ ਪੁਆਇੰਟ ਸੀਗਾ, ਜਿਹੜਾ ਫੂਡ ਦੀ ਪ੍ਰੋਡਕਸ਼ਨ ਦੀ ਕੁਆਲਿਟੀ ਉਹ ਤਾਂ ਆਲਰੇਡੀ ਬਹੁਤ ਉਹ ਘੱਟ ਆ ਉੱਥੇ। ਅੱਛਾ, ਜੇ ਹੁਣ ਉਹ ਇੰਡਸਟਰੀਅਲਾਈਜ਼ ਜਿਹੜੀਆਂ ਕੰਪਨੀਆਂ ਆ, ਉਹ ਕਹਿੰਦੀਆਂ ਸਾਨੂੰ ਉਹ ਜੀ ਨਾਗਰਾ ਸਾਹਿਬ ਸਾਨੂੰ ਸੰਭਾਲ ਦਿਓ, ਅਸੀਂ ਲਾਵਾਂਗੇ ਇੱਥੇ ਜੋ ਕਰਾਂਗੇ। ਉਹ ਵੈਸੇ ਹਿਊਮਨ ਬੀਇੰਗ ਦੇ ਲਈ ਉਹ ਠੀਕ ਨਹੀਂਗਾ। ਦੂਸਰਾ, ਆਨੈਸਟਲੀ ਜੇ ਉਹ ਜਿਹੜਾ ਸਿਸਟਮ ਇੰਪਲੀਮੈਂਟ ਕਰਦੇ ਆ ਇਹਨਾਂ ਮੁਲਕਾਂ ਦੀ, ਜਿਹੜੇ ਬਾਹਰਲੇ ਮੁਲਕ, ਮੈਂ ਜ਼ਰੂਰੀ ਨਹੀਂ ਕਹਿੰਦਾ ਕਿ ਆਪਾਂ ਕੈਨੇਡਾ 'ਚ ਰਹਿੰਦੇ ਹਾਂ ਇੱਥੋਂ ਦਾ ਬੈਸਟ ਸਿਸਟਮ ਹੈ, ਇਹ ਤਾਂ ਵਨ ਆਫ ਦਾ ਬੈਸਟ ਹੈ ਹੀ, ਪਰ ਇਟ ਇਜ਼ ਵਨ ਆਫ ਦਾ ਬੈਸਟ ਮੀਨਸ ਦੇਰ ਆਰ ਮੈਨੀ ਅਦਰ ਕੰਟਰੀਜ਼ ਆਲਸੋ ਦੇਰ ਆਰ ਆਲਸੋ ਬੈਸਟ ਆਫ ਦਾ ਬੈਸਟ। ਅੱਛਾ, ਇੱਥੇ ਹੈਗਾ ਕਿ ਸਿਸਟਮ ਆ, ਉਹ ਸਿਸਟਮ ਦੇ ਵਿੱਚ ਕਿਸੇ ਬੰਦੇ ਨੂੰ ਵੀ ਮਿੰਟਾਂ ਤੋਂ ਜ਼ਿਆਦਾ, ਅੱਧੇ ਘੰਟੇ ਤੋਂ ਜ਼ਿਆਦਾ ਇਨਕਨਵੀਨੀਅੰਸ ਹੁੰਦੀ ਕਿ ਇਨਕਨਵੀਨੀਅੰਸ ਚੱਲਣੀ ਨਹੀਂ ਪੈਂਦੀ ਕਿਸੇ ਚੀਜ਼ ਦੀ ਪੇਮੈਂਟ ਲਈ, ਕਿਸੇ ਚੀਜ਼ ਦੀ ਦੇਣ ਦੀ, ਲੈਣ ਲਈ, ਔਰ ਜਿਹੜੀ ਆਪਣੀ ਪ੍ਰੋਡਕਸ਼ਨ ਆ ਉਹਨੂੰ ਡਿਸਪੋਜ਼ ਆਫ ਕਰਨ ਦੀ। ਜਿਹੜਾ ਸਾਡਾ ਏਸ਼ੀਆ ਆ ਜਾਂ ਇੰਡੀਆ ਆ, ਪਾਕਿਸਤਾਨ ਲੈ ਲਓ, ਉੱਥੇ ਤਾਂ ਜਨਾਬ ਜੇ ਕੋਈ ਕਿਸੇ ਨਾਲ ਕੋਈ ਝਗੜਾ ਹੋ ਗਿਆ ਜਾਂ ਹੋ ਗਿਆ, ਉਹ ਤਾਂ ਸਾਲਾਂ ਬੱਧੀ ਕੋਰਟਾਂ 'ਚ ਨਿਕਲ ਨਹੀਂ ਸਕਦਾ ਬੰਦਾ, ਚੰਗਲ 'ਚ ਫਸ ਗਿਆ ਜੀ ਕਾਨੂੰਨ, ਉਹ ਫਸ ਗਿਆ। ਅੱਛਾ, ਜਿਹੜਾ ਹੁਣ 2 ਤੋਂ ਲੈ ਕੇ 5 ਏਕੜ ਦਾ ਮਾਲਕ ਹੈ, ਜਾਂ ਉੱਥੇ ਦੇਖੋ ਉੱਥੇ ਦਾ ਫਿਊਡਲਿਜ਼ਮ ਜੀ, ਫਿਊਡਲਿਜ਼ਮ ਦੀ ਸੈਂਸ ਆ ਨੂੰ ਅੱਜ ਵੀ ਆ। ਉਹਦਾ ਮਤਲਬ ਇਹ ਆ ਵੀ ਜੇ ਮੈਂ 10 ਏਕੜ ਦਾ 100 ਏਕੜ ਦਾ ਮਾਲਕ ਹਾਂ, ਲੇਕਿਨ ਆਪਣੇ ਆਪ ਨੂੰ ਮੈਂ ਸਮਝਦਾ ਇੱਦਾਂ ਕਿ ਮੈਂ ਤਾਂ 2000 ਏਕੜ ਦਾ ਮਾਲਕ ਹਾਂ, ਮਤਲਬ ਸੱਤਵੇਂ ਸਮਾਨ ਤੇ ਫਿਊਡਲਿਸਟਮ ਹੈ। ਅੱਛਾ, ਉਹ ਜਿਹੜੀ ਸੈਂਸ ਆ ਨਾ, ਉਹ ਹੈਗੀ ਆ ਬਿਕੋਜ਼ ਆਫ ਦ ਓਨਰਸ਼ਿਪ ਆਫ ਦ ਲੈਂਡ। ਬਿਲਕੁਲ, ਪ੍ਰਾਈਡ ਆਫ ਓਨਰਸ਼ਿਪ ਦੀ ਓਵਰ ਪ੍ਰਾਈਡ, ਰਾਈਟ ਨਹੀਂ? ਅੱਛਾ, ਉਹਦੇ ਨਾਲ ਮੈਂ ਉਹ ਆਪਣੇ ਪ੍ਰਾਈਡ ਦੇ ਵਿੱਚ ਫਸਿਆ, ਉਹ ਜਿਹਨੂੰ ਆਪਣਾ ਕਹਿੰਦੇ ਨੱਕ ਬੜਾ ਉੱਚਾ, ਨੱਕ ਮੇਰਾ ਉੱਚਾ, ਮੈਂ ਕਿਉਂਕਿ ਮੈਂ ਕਿਸਾਨ ਆ, ਮੈਂ ਜੱਟ ਜ਼ਿਮੀਂਦਾਰ ਆ, ਸਰਦਾਰ ਆ, ਕਿਉਂ ਨਾ ਹੋਵੇ, ਬਿਲਕੁਲ। ਲੇਕਿਨ ਜਿਹੜਾ ਸਿਸਟਮ ਆ ਉਹਨੂੰ ਸਪੋਰਟ ਕਰਨ ਦੇ ਲਈ ਉਹ ਇੰਨੇ ਪੈਸੇ ਬੰਦਾ ਲਾਉਣ ਦੇ ਕਾਬਲ ਨਹੀਂ ਹੈਗਾ ਜੇ ਕਿਸੇ ਦੇ ਨਾਲ ਕੋਈ ਲਿਟੀਗੇਸ਼ਨ ਹੋ ਜਾਏ। ਤੁਸੀਂ ਕ੍ਰਾਈਮ ਦੀ ਐਗਜ਼ਾਮਪਲ ਲੈ ਲਓ, ਇੰਡੀਆ ਪਾਕਿਸਤਾਨ ਦੀ। ਪਾਕਿਸਤਾਨ ਤਾਂ ਮੈਂ ਕਦੇ ਗਿਆ ਨਹੀਂ, ਉਹਦਾ ਆਨੈਸਟਲੀ ਮੈਂ ਵਾਰ ਨੇ ਉੱਥੋਂ ਦਾ, ਪਰ ਇੰਡੀਆ ਦੇ ਵਿੱਚ ਦੇਖੋ ਜਿਹੜਾ ਕੋਈ ਵੀ ਕ੍ਰਾਈਮ ਹੋ ਜਾਂਦਾ, ਹੀਨਸ ਕ੍ਰਾਈਮ ਜਿਹਨੂੰ ਆਪਾਂ ਆਖਦੇ ਹਾਂ, ਰੇਪ ਲੈ ਲਓ, ਡਾਕਾ ਲੈ ਲਓ, ਕੋਈ ਮਰਡਰ ਕੇਸ ਲੈ ਲਓ, 1-2 ਚੱਲਦੇ ਆ ਹਲੇ ਵੀ ਪੰਜਾਬ ਦੇ ਵਿੱਚ, ਜਿਨ੍ਹਾਂ 30 ਸਾਲ ਲੋਕਾਂ ਨੂੰ ਕੋਰਟ ਕਚਹਿਰੀ ਘੁੰਮਦੇ ਹੋ ਗਏ ਆ, ਪ੍ਰੂਵ ਨਹੀਂ ਹੋ ਕਈ ਵਿਟਨੈਸ ਮਰ ਗਏ, ਕਈ ਕੰਪਲੇਨੈਂਟ ਮਰ ਗਏ, ਲੇਕਿਨ ਉਹਨਾਂ ਨੂੰ ਮਿਲਦਾ ਕੁਝ ਨਹੀਂ। ਸੋ ਤੁਹਾਡਾ ਕਹਿਣ ਦਾ ਮਤਲਬ ਜਿਹੜਾ ਕਿਸਾਨੀ ਅੰਦੋਲਨ ਇਸ ਵਕਤ ਚੱਲ ਰਿਹਾ, ਜਿੱਥੇ ਕਿ ਮੰਗ ਕੀਤੀ ਜਾ ਰਹੀ ਹੈ ਕਾਨੂੰਨਾਂ ਨੂੰ ਰੱਦ ਕਰਨ ਦੀ, ਉੱਥੇ ਨਾਲ ਦੀ ਨਾਲ ਜਿਹੜੀ ਧਿਰ ਨੂੰ ਲਾਗੂ ਕਰਨ ਵਾਲੀ ਹੈ ਜੀ, ਉਸ ਧਿਰ ਦਾ ਇਹ ਮੰਨਣਾ ਹੈ ਕਿ ਸਰਕਾਰ ਦਾ, ਭਾਰਤ ਦੀ ਸਰਕਾਰ ਦਾ, ਕਿ ਇਹ ਕਾਨੂੰਨ ਤਾਂ ਬਹੁਤ ਫਾਇਦੇ ਵਿੱਚ ਨੇ, ਕਿਉਂਕਿ ਇਹਨਾਂ ਕਾਨੂੰਨਾਂ ਦੇ ਉੱਤੇ ਬਹੁਤ ਜ਼ਿਆਦਾ ਉਹਨਾਂ ਨੇ ਸੋਧ ਔਰ ਬੜਾ ਕੁਝ ਉਹਨਾਂ ਨੇ ਕਰਨ ਤੋਂ ਬਾਅਦ ਇਹਨਾਂ ਲਾਗੂ ਕੀਤਾ, ਜਦੋਂ ਕਿ ਕਿਸਾਨ ਜਿਹੜੀ ਧਿਰ ਹੈ, ਕਿਸਾਨ ਜਥੇਬੰਦੀਆਂ, ਯੂਨੀਅਨਸ ਜਿਹੜੀਆਂ ਨੇ, ਉਹਨਾਂ ਦਾ ਕਹਿਣਾ ਹੈ ਕਿ ਇਹ ਕਿਸੇ ਵੀ ਕਿਸਾਨ ਜਥੇਬੰਦੀ ਨੂੰ ਜਾਂ ਕਿਸੇ ਵੀ ਕਿਸਾਨ ਨੂੰ ਨਾਲ ਜਿਹੜਾ ਜੀ ਉਹਦੇ ਨਾਲ ਸੋਚ ਵਿਚਾਰ ਕਰਕੇ ਇਹ ਲਾਗੂ ਬਣਾਏ ਨਹੀਂ ਗਏ। ਸਿਰਫ ਬਾਕੀ ਆਪੋਜੀਸ਼ਨ ਨੇ ਕੁਝ ਕਹਿਣਾ ਹੁੰਦਾ ਕਿ ਸਿਰਫ 2 ਬੰਦਿਆਂ ਲਈ ਹੈ ਜਾਂ 2 ਘਰਾਣਿਆਂ ਲਈ ਹੈ ਜਿਹੜੇ ਕਿ ਇੰਡਸਟਰੀਅਲਿਸਟ ਨੇ। ਅਸੀਂ ਉਸ ਵਿਚਾਰ ਦੀ ਜਿਹੜੀ ਡੂੰਘਾਈ ਦੇ ਵਿੱਚ ਨਾ ਜਾਂਦੇ ਹੋਏ, ਜਦੋਂ ਆਪਾਂ ਇੱਕ ਸਿੰਪਲ ਜਿਹੜਾ ਸਿੱਧੇ ਸਾਫ਼ ਉਹਦੇ 'ਚ ਜੇ ਗੱਲ ਕਰੀਏ ਕਿ ਇੱਕ ਪਰਿਵਾਰ ਦੇ ਵਿੱਚ ਜੇ ਅਸੀਂ ਇਹ ਕਹਿੰਦੇ ਕਿ ਸਾਡਾ ਇੱਕ ਜਿਹੜਾ ਮੁਲਕ ਹੈ, ਇੱਕ ਫੈਮਿਲੀ ਹੈ, ਫੈਮਿਲੀ ਦਾ ਇੱਕ ਹੈੱਡ ਹੁੰਦਾ ਜੀ, ਚਾਹੇ ਕਿਸੇ ਮੁਲਕ 'ਚ ਰਾਸ਼ਟਰਪਤੀ ਹੈ, ਕਿਸੇ ਮੁਲਕ 'ਚ ਚਾਂਸਲਰ ਹੈ ਜਰਮਨ ਵਰਗੇ 'ਚ, ਕਿਸੇ 'ਚ ਉਹ ਪ੍ਰੈਜ਼ੀਡੈਂਟ ਜਾਂ ਪ੍ਰਾਈਮ ਮਿਨਿਸਟਰ ਹੈ। ਬਿਲਕੁਲ। ਤੋ ਜਦੋਂ ਪਰਿਵਾਰ ਦੇ ਵਿੱਚ, ਸਾਡੇ ਪਰਿਵਾਰ ਦੇ ਇੱਕ ਜੀ ਨੂੰ ਕੋਈ ਰੋਗ, ਕੋਈ ਬਿਮਾਰੀ ਜਾਂ ਕੋਈ ਰੋਂਦਾ ਬੱਚਾ ਜਾਂ ਕੋਈ
ਪਰਿਵਾਰ ਦਾ ਜੀ ਜਿਹੜਾ ਉਸ ਨੂੰ ਕੋਈ ਜ਼ਰੂਰਤ ਹੁੰਦੀ ਤਾਂ ਉਹ ਆਪਣਾ ਦੁੱਖ ਦਰਦ ਜਾਂ ਆਪਣੀ ਮੰਗ ਰੱਖਦਾ ਆਪਣੇ ਪਰਿਵਾਰ ਦੇ ਵੱਡੇ ਤੋਂ। ਪਰਿਵਾਰ ਦੇ ਵੱਡੇ ਦੇ ਉੱਤੇ ਲਾਨਤ ਹੈ, ਉਸ ਨੂੰ ਸ਼ਰਮ ਨਾਲ ਡੁੱਬ ਜਾਣਾ ਚਾਹੀਦਾ ਹੈ ਜੇਕਰ ਉਹ ਆਪਣਾ ਰੋਲ ਨਹੀਂ ਅਦਾ ਕਰ ਰਿਹਾ। ਜੇ ਰੋਂਦੇ ਬੱਚੇ ਨੂੰ ਉਹ ਵਰਾ ਨਹੀਂ ਸਕਿਆ, ਚਲੋ ਚੀਜ਼ ਨਹੀਂ ਲਿਆ ਕੇ ਦੇ ਸਕਦਾ, ਮਜਬੂਰੀ ਹੋ ਸਕਦੀ, ਲੇਕਿਨ ਜੇ ਉਹਨੂੰ ਵਰਾ ਵੀ ਨਹੀਂ ਸਕਿਆ, ਉਹਦੇ ਲਈ ਉਹ 2 ਸ਼ਬਦ ਹਮਦਰਦੀ ਦੇ ਨਹੀਂ ਕਹਿ ਸਕਿਆ ਕਿ ਬੱਚੇ ਕੋਈ ਗੱਲ ਨਹੀਂ ਹੋ ਜਾਊਗਾ, ਇਹਦਾ ਮਤਲਬ ਉਹ ਹੱਕਦਾਰ ਨਹੀਂ ਹੈ ਆਪਣੇ ਆਪ ਨੂੰ ਉਸ ਪਰਿਵਾਰ ਦਾ ਮੁਖੀਆ ਕਹਾਉਣ ਦਾ। ਮੁਖੀਆ ਹੋ ਹੀ ਨਹੀਂ ਸਕਦਾ ਜੀ, ਹੋ ਨਹੀਂ ਸਕਦਾ। ਸੋ ਗੱਲ ਮੇਰੀ ਇਹ ਹੈ ਕਿ ਜਿਹੜੇ ਅੰਦੋਲਨ ਹੁੰਦੇ ਨੇ ਜੀ, ਇਹਨਾਂ ਅੰਦੋਲਨ ਦੇ ਵਿੱਚ ਜਿੱਥੇ ਬਹੁਤ ਕੁਝ ਜਿਹੜਾ ਹੈ ਜੀ ਕਿਹਾ ਸੁਣਿਆ ਜਾਂਦਾ, ਜਿਹੜਾ ਕਿ ਅਸੀਂ ਅਕਸਰ ਦੇਖ ਰਹੇ ਹਾਂ, ਅਸੀਂ ਉਸ ਦੀ ਡਿਟੇਲ 'ਚ ਨਹੀਂ ਜਾਵਾਂਗੇ। ਤੁਸੀਂ ਕੀ ਸਮਝਦੇ ਹੋ? ਕਿਉਂਕਿ ਵਿਦੇਸ਼ਾਂ ਦੇ ਵਿੱਚ ਅਸੀਂ ਕੈਨੇਡਾ ਨਿਵਾਸੀਆਂ ਨੂੰ ਹੈਲੋ ਕੈਨੇਡਾ ਦੇ ਜ਼ਰੀਏ ਕਹਿੰਦੇ ਹਾਂ, ਸਾਡੇ ਪਰਿਵਾਰਾਂ ਦੇ ਜੀ ਜਿਹੜੇ ਹਨ ਜੀ ਉੱਥੇ ਇਸ ਅੰਦੋਲਨ ਦਾ ਹਿੱਸਾ ਬਣੇ ਹੋਏ ਹਨ ਔਰ ਉਹ ਭਾਗ ਲੈ ਰਹੇ ਨੇ। ਜਿੱਥੇ ਉੱਥੇ ਨਾਲ ਦੀ ਨਾਲ ਅਸੀਂ ਤਰਾਸਦੀਆਂ ਦੇਖੀਆਂ ਨੇ, ਅਸੀਂ ਦੇਖਿਆ ਹੈ, ਖੁਦ ਦੇਖਿਆ ਕਿ ਪੁੱਤਾਂ ਵਾਂਗੂ ਪਾਲੀ ਜਿਹੜੀ ਫਸਲ ਹੈ ਉਹਨੂੰ ਕਿਸਾਨ ਆ ਕੇ ਘਰੇ ਕਹਿੰਦਾ ਕਿ ਹਾਂ ਆ ਗਿਆ ਮੰਡੀ ਤੋਂ, ਅੱਜ ਆ ਗਿਆ, ਉਹ ਕਹਿੰਦਾ ਹਾਂਜੀ, ਕਹਿੰਦਾ ਮੈਂ ਜੀਰੀ ਕਣਕ ਜਾਂ ਜਿਵੇਂ ਆਪਾਂ ਕਈ ਵਾਰੀ ਹੈ ਨਾ ਜੀ, ਉਹ ਕਹਿੰਦਾ ਹਾਂ, ਕਹਿੰਦਾ ਮੈਂ ਸੁੱਟਿਆ ਆਇਆ ਜੀ, ਮੰਡੀ 'ਚ ਸੁੱਟਿਆ ਹੈ ਨਾ ਜੀ, ਗੰਨਾ ਹੈ ਜੀ, ਗੰਨਾ ਕਿੱਥੇ ਮਿੱਲ 'ਚ ਸੁੱਟਿਆ ਹੈ ਨਾ ਜੀ। ਚਲੋ ਇਹ ਇੱਕ ਸਾਦੀ ਸ਼ਬਦ ਭਾਸ਼ਾ 'ਚ ਹੋ ਸਕਦਾ ਕਿ ਉਹ ਅੱਜ ਗੰਨਾ ਸੁੱਟ ਕੇ ਆਇਆ ਨਾ ਜੀ, ਚਲੋ ਇਹ ਸ਼ਬਦ ਇੱਕ ਹੋ ਸਕਦਾ, ਲੇਕਿਨ ਗੰਨਾ ਵੇਚ ਕੇ ਆਇਆ, ਜ਼ੀਰੀ ਮੈਂ ਮੰਡੀ 'ਚ ਵੇਚ ਕੇ ਆਇਆ, ਜਾਂ ਮੈਂ ਇਹ ਵੀ ਕਿਹਾ ਜਾ ਸਕਦਾ ਇਹਦਾ ਮਤਲਬ ਸਾਡੀ ਜਿਹੜੀ ਸਾਨੂੰ ਅਜਿਹੀ ਬੇਕਦਰੀ ਜਿਹੜੀ ਫਸਲਾਂ ਦੀ ਜਦੋਂ ਹੁੰਦੀ ਹੈ ਤਾਂ ਅਜਿਹੇ ਸ਼ਬਦਾਂ ਦੇ ਨਾਲ ਜਿਹੜਾ ਉਹਨੂੰ ਸੰਬੋਧਨ ਕਰਨਾ ਪੈਂਦਾ, ਸੱਚ ਨਿਕਲਦਾ ਮੂੰਹ ਚੋਂ। ਚਲੋ ਤੁਸੀਂ ਸਾਰੇ ਆਪਾਂ ਕਿਸਾਨ ਆ ਜੀ, ਸੋ ਵਿਦੇਸ਼ਾਂ ਦੇ ਵਿੱਚ ਜਿਹੜਾ ਵਸਦਾ ਕਿਸਾਨ ਹੈ ਜੀ, ਇੱਕ ਤਾਂ ਸਾਨੂੰ ਪਤਾ ਹੈ ਕਿ ਵਿਦੇਸ਼ਾਂ ਦੇ ਵਿੱਚ ਕਿਸਾਨ ਪਰਿਵਾਰਾਂ 'ਚੋਂ ਇਸੇ ਕਰਕੇ ਲੋਕ ਆਏ ਨੇ ਜੀ ਜ਼ਿਆਦਾਤਰ ਬਾਹਰ, ਕਿਸਾਨ ਜਾਂ ਮਜ਼ਦੂਰ ਪਰਿਵਾਰਾਂ 'ਚੋਂ, ਕਿਉਂਕਿ ਉੱਥੇ ਜਾਂ ਤਾਂ ਸਾਨੂੰ ਉਜਰਤ ਨਹੀਂ ਸੀ ਮਿਲਦੀ, ਸਾਨੂੰ ਜਿਹੜਾ ਸਾਡੀ ਜਿਹੜੀ ਮਿਹਨਤ ਸੀ, ਸਾਡੇ ਇੱਕ ਪਰਿਵਾਰ ਦੇ ਵਿੱਚ ਇੱਕ ਕਿਸਾਨ ਪਰਿਵਾਰ ਹੈ ਜਿਹਦੇ 'ਚ 10-15 ਏਕੜ ਜ਼ਮੀਨ ਹੈ ਅਤੇ 10-15 ਜੀ ਖਾਣ ਵਾਲੇ ਨੇ, ਉਹਨਾਂ ਨੂੰ ਪਰ ਕੈਪੀਟਾ ਉਹਨਾਂ ਦੀ ਇਨਕਮ ਸੀ ਉਹ ਇੰਨੀ ਜ਼ਿਆਦਾ ਨਹੀਂ ਹੈ, ਅੱਜ ਵੀ ਨਹੀਂ ਹੈ ਜੀ, ਉੱਥੇ ਮਿਲਦੀ ਨਹੀਂ ਹੈ ਜੀ। ਸੋ ਇਸ ਕਰਕੇ ਵਿਦੇਸ਼ਾਂ ਨੂੰ ਪਲਾਇਨ ਕੀਤਾ, ਹੁਣ ਭੱਜੇ ਆ ਰਹੇ ਲੋਕ, ਬਿਲਕੁਲ। ਜਾਂ ਇਹ ਕਹਿ ਲਓ ਕਿ ਜਿਵੇਂ ਆਪਾਂ ਪੰਜਾਬ 'ਚ ਕਹਿੰਦੇ ਕਿ ਪੰਜਾਬ ਹਰਿਆਣਾ ਦੇ ਵਿੱਚ ਯੂਪੀ ਬੰਗਾਲ ਤੋਂ ਲੋਕ ਜਿਹੜੇ ਨੇ, ਬਿਹਾਰ ਤੋਂ ਸਪੈਸ਼ਲੀ ਜਿਹੜੇ ਨੇ ਉਹ ਮਜ਼ਦੂਰ ਬਣ ਕੇ ਆਉਂਦੇ ਨੇ। ਅਸੀਂ ਅਕਸਰ ਉਹਨਾਂ ਦੇ ਲਈ ਇੱਕ ਸ਼ਬਦ ਭਈਆ ਸ਼ਬਦ ਯੂਜ਼ ਕਰਦੇ ਹਾਂ। ਆਮ ਸੌਰੀ ਟੂ ਇੰਟਰਪਟ ਯੂ, ਬਟ ਉਹਨਾਂ 'ਚ ਵੀ ਬਹੁਤ ਸਾਰੇ ਕਿਸਾਨ ਹੁੰਦੇ ਆ। ਮੈਂ ਉੱਥੇ ਆ ਰਿਹਾ ਸੀਗਾ ਜੀ। ਬੰਗਾਲ ਦੇ ਔਰ ਬਿਹਾਰ ਦੇ ਜਿਹੜੇ ਕਿਸਾਨ ਨੇ, ਜਿਹੜੇ ਕਿ ਸਾਨੂੰ ਇਹ ਲੱਗਦਾ ਹੈ ਕਿ ਪੰਜਾਬ ਵਾਲਿਆਂ ਨੂੰ ਜਾਂ ਹਰਿਆਣੇ ਵਾਲਿਆਂ ਨੂੰ ਕਿ ਸਾਡੇ ਉਹ ਮਜ਼ਦੂਰੀ ਕਰਨ ਲਈ ਆ ਗਏ ਜੀ ਰੇਲਵੇ ਸਟੇਸ਼ਨ ਤੋਂ, ਅਸੀਂ ਉਹਨਾਂ ਨੂੰ ਜੀਰੀ ਜਾਂ ਫਸਲ ਲਈ ਲੈ ਕੇ ਆਉਂਦੇ। ਟੱਡਾ ਸਾਹਿਬ ਤੁਸੀਂ ਸੱਚ ਜਾਣਿਓ, ਜਦੋਂ ਉਹਨਾਂ ਦੇ ਪਿਛੋਕੜ 'ਚ, ਕਿਉਂਕਿ ਮੈਂ ਦੇਖਿਆ ਸਾਡੀਆਂ ਮੋਟਰਾਂ 'ਤੇ ਰਹਿੰਦੇ ਰਹੇ ਨੇ, ਜਦੋਂ ਉਹਨਾਂ ਨੂੰ ਜਾ ਕੇ ਪੁੱਛੀਦਾ ਕਿ ਪਿੱਛੇ ਕੌਣ ਹੈ, ਕੀ ਕਹਿੰਦਾ ਜੀ, ਮੈਂ ਕਹਿੰਦਾ ਫਸਲ ਬੋ ਕੇ ਆਊਂ। ਮੈਂ ਕਿਹਾ ਤੂੰ ਫਸਲ ਕਿਵੇਂ ਬੋਇਆ, ਤੇਰੇ ਕੋਲ ਜ਼ਮੀਨ? ਕਹਿੰਦਾ ਹਾਂ, ਕਹਿੰਦਾ ਮੇਰੇ ਪਾਸ ਸਰਦਾਰ ਜੀ 10 ਏਕੜ ਹੈ। ਉਹਨਾਂ ਮੈਂ 20 ਸਾਲ ਪੁਰਾਣੀ ਗੱਲ ਕਰ ਰਿਹਾ, ਅੱਜ ਚਲੋ ਉਹ 5 ਰਹਿ ਗਈ ਹੋਊਗੀ, 5 ਰਹਿ ਗਈ, ਬੱਚੇ ਹੋ ਗਏ ਤਾਂ ਇੱਕ ਵੀ ਰਹਿ ਸਕਦੀ ਹੈ, ਫੈਮਿਲੀ ਵਧਣ ਦੇ ਨਾਲ ਘਟਦੀ ਹੈ ਜੀ, ਰਹਿੰਦੀ, ਲੇਕਿਨ ਹੈ ਤੇ ਕਿਸਾਨ ਨਾ ਜੀ। ਉਹ ਇੱਕ ਕਿਸਾਨ ਦੂਜੇ ਕਿਸਾਨ ਦੇ ਖੇਤ ਵਿੱਚ ਜਾ ਕੇ ਮਜ਼ਦੂਰੀ ਕਰਕੇ ਖੁਸ਼ਹਾਲ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ, ਬਣਾਉਣ ਆ ਰਿਹਾ ਜੀ। ਬਿਲਕੁਲ ਇਹ ਕਾਨੂੰਨਾਂ ਦਾ ਇਹ ਬਣਨਾ ਹੈ ਜੀ ਕਿ ਇਹ ਜਦੋਂ ਲਾਗੂ ਹੋ ਜਾਂਦੇ ਨੇ ਤਾਂ ਕਿਸਾਨਾਂ ਨੂੰ ਇਹ ਤੌਖਲਾ, ਇਹ ਸ਼ੰਕਾ, ਅੰਦੇਸ਼ਾ ਹੈ ਕਿ ਉਹਨਾਂ ਨੂੰ ਵੀ ਮਜ਼ਦੂਰੀ ਕਰਨ ਲਈ ਫਿਰ ਉਹ ਕਿਹਦੇ ਖੇਤ 'ਚ ਜਾਣਗੇ ਜੀ। ਸੋ ਖੈਰ ਗੱਲ ਬਹਿਸ ਜਿਹੜੀ ਆ ਉਹ ਲੰਮੀ ਹੈ। ਸੋ ਤੁਸੀਂ ਕੀ ਸਮਝਦੇ ਹੋ ਕਿ ਜਿਹੜੇ ਵਿਦੇਸ਼ਾਂ 'ਚ ਕਿਸਾਨ ਨੇ, ਪਰਿਵਾਰਾਂ ਨਾਲ ਵਸਦੇ, ਜਿਹੜੇ ਕਿਸਾਨੀ ਕਿੱਤੇ ਦੇ ਨਾਲ ਸੰਬੰਧਿਤ ਪਰਿਵਾਰਾਂ 'ਚੋਂ ਆਏ ਹੋਏ ਲੋਕ ਨੇ, ਉਹਨਾਂ ਦਾ ਕੀ ਰੋਲ ਹੈ ਜੀ? ਅਸੀਂ ਪਿੰਡਾਂ ਨੂੰ ਖੁਸ਼ਹਾਲ ਕਰਨ ਦੀਆਂ ਗੱਲਾਂ ਕਰਦੇ ਹਾਂ, ਇਨਵੈਸਟਮੈਂਟਾਂ ਦੀਆਂ ਗੱਲਾਂ ਕਰਦੇ ਹਾਂ, ਉਹਨਾਂ ਦਾ ਕੀ ਹਾਵ ਭਾਵ ਨੇ, ਕੀ ਸੋਚਦੇ ਨੇ? ਜੋ ਮੈਂ ਸੋਚਦਾ ਨਹੀਂ, ਪਹਿਲੀ ਗੱਲ ਤਾਂ ਇਹ ਆ ਵੀ ਜਿਹੜੀਆਂ ਆਪਣੀਆਂ ਗਵਰਨਮੈਂਟਸ ਆ ਨਾ, ਜਿਹੜੀਆਂ ਇਲੈਕਟਡ ਗਵਰਨਮੈਂਟਸ ਆ, ਜਿਹਨਾਂ ਨੂੰ ਅਸੀਂ ਕਹਿੰਦੇ ਆ ਡੈਮੋਕ੍ਰੇਸੀ ਆ, ਡੈਮੋਕ੍ਰੇਸੀ ਦੀ ਖੂਬਸੂਰਤੀ ਆ, ਉੱਥੇ ਬੰਦੇ ਨੂੰ ਤੋਲਿਆ ਨਹੀਂ ਜਾਂਦਾ, ਬੰਦਿਆਂ ਨੂੰ ਗਿਣਿਆ ਜਾਂਦਾ। ਉਹ ਜਿੰਨਾ ਮਰਜ਼ੀ ਮੈਂ ਰੌਲਾ ਪਾਵਾਂ ਕਿ ਮੈਂ ਆਹ ਕਰ ਦਊਂਗਾ, ਉਹਦੀ ਕੋਈ ਗਰੰਟੀ ਨਹੀਂ ਲਈ ਜਾਂਦੀ ਵੀ ਕਰ ਦਊਗਾ ਕਿ ਨਹੀਂ। ਔਰ ਮਗਰੋਂ ਜੇ ਤੁਸੀਂ ਉਹਨੂੰ ਪੁੱਛਦੇ ਭਾਈ ਤੂੰ ਇੱਦਾਂ ਦੇ ਕਾਲੇ ਕਾਨੂੰਨ ਬਣਾਉਣ ਲੱਗ ਗਿਆ, ਉਹ ਕਹਿੰਦਾ ਵੀ ਦੇਖੋ ਤੁਸੀਂ ਮੈਨੂੰ ਇਲੈਕਟ ਕੀਤਾ ਸੀ, ਮੈਂ ਤਾਂ ਇੰਨੀ ਜੋਗਾ ਹੀ ਹਾਂ। ਉਹਨੂੰ ਕਹਿੰਦੇ ਆ ਵੀ ਤੂੰ ਇਸ ਗੱਲ ਤੋਂ ਹਟ ਜਾਓ, ਕਹਿੰਦਾ ਵੀ ਮੈਂ ਨਹੀਂ ਹਟਣਾ, ਮੈਨੂੰ ਤੁਸੀਂ ਇਲੈਕਟ ਕੀਤਾ। ਜਿਹਨੂੰ ਮੈਂ ਕਹਿੰਦਾ ਉੱਥੋਂ ਬਣਦੀ ਆਟੋਕ੍ਰੇਸੀ ਅਤੇ ਡਿਕਟੇਟਰਸ਼ਿਪ ਉਹ ਜਾਂਦੀ। ਇਹ ਵਿੱਚੋਂ ਵਿੱਚ ਉਹ ਸਿਸਟਮ ਉੱਧਰ ਨੂੰ ਜਾ ਰਿਹਾ ਵੀ ਤੁਸੀਂ ਕਰ ਕੀ ਲਓਗੇ, ਮੇਰੀ ਮੈਜੋਰਿਟੀ ਗਵਰਨਮੈਂਟ ਹੈ, ਮੈਂ ਇਹ ਕਾਨੂੰਨ ਬਣਾ ਤੇ ਮੈਂ ਨਹੀਂ ਰੱਦ ਕਰਨਾ, ਤੁਹਾਨੂੰ ਜਿੱਥੇ ਮਰਜ਼ੀ ਜਾਣ। ਤੁਸੀਂ ਜਿਹੜੀ ਗੱਲ ਕੀਤੀ ਹੈ ਨਾ, ਜਿਹੜਾ ਕਿਸਾਨ ਆ
ਆਪਾਂ ਵਾਈਂਡ ਅਪ ਕਰਾਂਗੇ ਜੀ। ਹਾਂਜੀ, ਉਹ ਕਿਸਾਨ ਆ, ਉਹ ਵਿਚਾਰੇ ਨੇ, ਤੁਹਾਡੀ ਗੱਲ ਬਿਲਕੁਲ ਸਹੀ ਆ। ਜੇ ਉਹ ਸਾਡੀ ਜ਼ਮੀਨ ਕੰਟਰੈਕਟ ਤੇ ਲੈ ਲੈਂਦੇ ਆ, ਲੈ ਕੇ ਉਹ ਗਾਹਾਂ ਜਦ ਕੰਟਰੈਕਟ ਸਾਈਨ ਹੋ ਗਿਆ, ਹਾਊ ਮੈਨੀ ਈਅਰ ਉਹਨਾਂ ਦੇ ਉੱਤੇ ਇੰਪਰੂਵਮੈਂਟ ਹੋਣੀਆਂ, ਉਹ ਸ਼ਾਹੂਕਾਰਾਂ ਨੇ ਵਾਪਸ ਤੁਹਾਨੂੰ ਦੇਣੀਆਂ ਨਹੀਂ, ਤੁਸੀਂ ਉਹਨਾਂ ਤੋਂ ਲੈ ਨਹੀਂ ਸਕੋਗੇ। ਲੇਕਿਨ ਤੁਹਾਡੀ ਗੱਲ ਬਿਲਕੁਲ ਸਹੀ ਹੈ, ਕਿਸਾਨ ਵਿਹਲਾ ਹੋ ਗਿਆ, ਤੁਸੀਂ ਠੇਕਾ ਲੈ ਲਿਆ, ਹੁਣ ਕਰਨਾ ਕੀ ਆ? ਜਾਂ ਤਾਂ ਵੀ ਸੂਟਕੇਸ ਫੜ ਕੇ ਬਾਹਰ ਦੇ ਮੁਲਕਾਂ ਨੂੰ ਭੱਜਿਓ, ਫੇਰ ਵੀ ਉਹਨਾਂ ਨੂੰ ਫਾਇਦਾ, ਜ਼ਮੀਨ ਉੱਥੇ ਰਹਿ ਗਈ। ਜੇ ਅਸੀਂ ਨਹੀਂ ਭੱਜ ਕੇ ਆਉਂਦੇ ਤਾਂ ਅਸੀਂ ਉੱਥੇ ਕਰ ਕੁਛ ਨਹੀਂ ਸਕਣਾ, ਮਜ਼ਦੂਰੀ ਕਰਨ ਦੇ ਆਪਾਂ ਯੂਜ਼ ਟੂ ਨਹੀਂ। ਸੋ ਸਮਾਂ ਇਹੀ ਹੈ, ਸਮਾਂ ਸੰਭਾਲਣ ਦੀ ਲੋੜ ਹੈ ਜੀ। ਸੋ ਮੇਰੇ ਖਿਆਲ ਦੇ ਵਿੱਚ ਅੱਜ ਦਾ ਪ੍ਰੋਗਰਾਮ ਜਿੱਥੇ ਅਸੀਂ ਸਮਾਪਤ ਕਰਨਾ ਚਾਹਾਂਗੇ, ਉੱਥੇ ਕਿਸਾਨੀ ਅੰਦੋਲਨ ਦੇ ਵਿੱਚ ਜਿਤਨੇ ਵੀ ਪਰਿਵਾਰ ਜਿਹੜੇ ਹਾਂਜੀ ਬੈਠੇ ਨੇ, ਉਹਨਾਂ ਨੂੰ ਜਿੱਥੇ ਅਸੀਂ ਸੈਲਿਊਟ ਕਰਦੇ ਹਾਂ, ਉੱਥੇ ਨਾਲ ਦੀ ਨਾਲ ਜਿਹੜੇ ਬਹੁਤ ਸਾਰੇ ਜਿਹੜੇ ਕਿਸਾਨ ਨੇ ਉਹ ਸ਼ਹੀਦ ਹੋਏ ਨੇ, ਜਿਨ੍ਹਾਂ ਦੀ ਮੌਤ ਹੋਈ ਹੈ ਵੱਖ-ਵੱਖ ਕਾਰਨਾਂ ਕਰਕੇ ਇਸ ਅੰਦੋਲਨ ਦੇ ਦੌਰਾਨ, ਉਹਨਾਂ ਪ੍ਰਤੀ ਸਾਡਾ ਚੈਨਲ ਤੇ ਸਾਡਾ ਸ਼ੋਅ ਜਿਹੜਾ ਹੈ ਜੀ ਅਸੀਂ ਸਹਾਨੂਭੂਤੀ ਪ੍ਰਗਟ ਕਰਦੇ ਹਾਂ। ਸੋ ਟੱਡਾ ਸਾਹਿਬ, ਤੁਹਾਡਾ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ। ਤੁਹਾਡਾ ਤੇ ਸਾਰੇ ਸੁਣਨ ਵਾਲਿਆਂ ਦਾ 100 ਧੰਨਵਾਦ ਜੀ। ਧੰਨਵਾਦ ਜੀ।